ਡੰਡਾਉਤ ਬੰਦਨ ਅਨਕ ਵਾਰ। ਸਰਬ ਕਲਾ ਸਮਰੱਥ ਬੋਲਣ ਤੇ ਰਾਖਹੁ ਪ੍ਰਭੂ। ਨਾਨਕ ਦੇ ਕਰ ਹੱਥ ਤੇਰਾ ਅੰਤ ਨਾ ਜਾਈ ਲਖਿਆ। ਅਕਥ ਨਾ ਜਾਈ ਹਰ ਕਥਿਆ। ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾਲਤਾ ਦਇਆਲਤਾ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ, ਪੰਜ ਬਾਣੀਆਂ ਦੇ ਨਿਤਨੇਮ ਹੋਣ ਤੋਂ ਉਪਰੰਤ ਗੁਰੂ ਮਹਾਰਾਜ ਸਾਹਿਬ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਹੋਇਆ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਆਪਣੇ ਪਵਿੱਤਰ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਗੁਰਸਿੱਖ ਸੰਗਤਾਂ ਨੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ। ਗਰੀਬ ਨਵਾਜ਼ ਸਤਿਗੁਰੂ ਜੀ ਲੜੀਵਾਰ ਰੂਪ ਦੇ ਵਿੱਚ ਜੋ ਰਾਮਕਲੀ ਰਾਗ ਦੀ ਤੀਸਰੀ ਵਾਰ ਹੈ, ਗੁਰੂ ਘਰ ਦੇ ਰਬਾਬੀਆਂ ਦੀ ਉਚਾਰਨ ਕੀਤੀ ਹੋਈ, ਜਿਨ੍ਹਾਂ ਨੂੰ ਸਤਿਗੁਰੂ ਗਰੀਬ ਨਵਾਜ਼ ਸਾਹਿਬ ਜੀ ਦੀ ਚਰਨ ਛਰਨ ਵਿੱਚ ਪਾ ਕੇ ਭਾਈ ਲੱਦੇ ਪਰਉਪਕਾਰੀ ਨੇ ਬਖਸ਼ਾਇਆ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬਖਸ਼ਿਆ, ਔਰ ਗਰੀਬ ਨਵਾਜ਼ ਸਾਹਿਬ ਜੀ ਨੇ ਫਿਰ ਆਪਣੇ ਘਰ ਦੇ ਕੀਰਤਨ ਦੀ ਸੇਵਾ ਬਖਸ਼ਿਸ਼ ਕੀਤੀ। ਰਾਏ ਬਲਵੰਡ ਜੀ ਤੇ ਭਾਈ ਸੱਤਾ ਜੀ, ਉਹਨਾਂ ਨੇ ਜੋ ਮਹਾਰਾਜ ਸਾਹਿਬ ਜੀ ਦਾ ਜਸ ਗਾਇਆ। 8 ਪੌੜੀਆਂ ਹਨ ਇਸ ਰਾਮਕਲੀ ਕੀ ਤੀਸਰੀ ਵਾਰ ਦੀਆਂ, ਜਿਸ ਨੂੰ ਗੁਰਸਿੱਖ ਟਿੱਕੇ ਦੀ ਵਾਰ ਵੀ ਕਹਿੰਦੇ ਹਨ, ਕਿਉਂਕਿ ਇਸ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਜੋ ਗੁਰਤਾ ਗੱਦੀ ਦਾ ਟਿੱਕਾ ਦਿੱਤਾ ਹੈ, ਗੁਰਿਆਈ ਦਾ ਤਖਤ ਦਿੱਤਾ ਹੈ, ਉਹਦਾ ਜ਼ਿਕਰ ਆਇਆ ਹੈ। ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦੈ, ਸਹਿ ਟਿੱਕਾ ਦਿੱਤੋ ਸਜੀਵਦੈ। ਤਾਂ ਇਸ ਕਰਕੇ ਇਸ ਨੂੰ ਟਿੱਕੇ ਦੀ ਵਾਰ ਵੀ ਪੰਥ ਵਿੱਚ ਕਿਹਾ ਜਾਂਦਾ ਹੈ। ਤਾਂ ਸਾਧ ਸੰਗਤ ਜੀ, ਇਸ ਵਾਰ ਦਾ ਉਚਾਰਨ ਕਰਨ ਕਰਕੇ ਗੁਰੂ ਦਰ ਤੋਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ। ਪੰਜਵੇਂ ਪਾਤਸ਼ਾਹ ਜੀ ਤੋਂ ਬਖਸ਼ੇ ਗਏ ਗੁਰੂ ਘਰ ਦੇ ਰਬਾਬੀ ਕੀਰਤਨੀਏ, ਔਰ ਅੱਜ ਵੀ ਜਿਹੜਾ ਇਸ ਵਾਰ ਦਾ ਪਾਠ ਕਰਦਾ ਹੈ ਭਾਵਨਾ ਦੇ ਨਾਲ, ਕੋੜੀ ਰੋਗੀ ਦਾ ਕੋੜ ਰੂਪੀ ਰੋਗ ਵੀ ਸਾਧ ਸੰਗਤ ਜੀ ਇਹ ਵਾਰ ਕੱਟ ਦਿੰਦੀ ਹੈ। ਮਹਾਰਾਜ ਸਾਹਿਬ ਜੀ ਨੇ ਐਸੀ ਬਖਸ਼ਿਸ਼ ਕੀਤੀ ਹੈ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਗਰੀਬ ਨਵਾਜ਼ ਜੀ ਨੇ। ਤਾਂ 2 ਪੌੜੀਆਂ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ। ਤੀਸਰੀ ਪੌੜੀ ਸਾਧ ਸੰਗਤ ਜੀ ਅੱਜ ਜੋ ਰਾਏ ਬਲਵੰਡ ਜੀ, ਜਿਸ ਦੇ ਵਿੱਚ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਮਹਿਮਾ, ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੀ ਸੋਭਾ ਕਥਨ ਕਰਦੇ ਹਨ। ਧੰਨ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕੀਤੀਆਂ, ਇਹ ਰਾਏ ਬਲਵੰਡ ਜੀ ਰਾਮਕਲੀ ਰਾਗ ਦੀ ਤੀਸਰੀ ਵਾਰ ਦੀ ਤੀਸਰੀ ਪੌੜੀ ਦੇ ਵਿੱਚ ਕਥਨ ਕਰਦੇ ਹਨ। 967 ਅੰਗ ਤੇ ਅੱਜ ਦਾ ਉਪਦੇਸ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ, ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਨ ਕੀਤੀ ਸੋ ਮੰਨਣਾ, ਜਿਸ ਨੇ ਬਾਬਾ ਲਹਿਣਾ ਜੀ ਨੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਨਾਮ ਜੋ ਪਹਿਲਾ ਹੈ ਉਹ ਬਾਬਾ ਲਹਿਣਾ ਜੀ ਹੈ, ਜਿਨ੍ਹਾਂ ਨੇ ਫਿਰ ਗੁਰੂ ਕੀ ਕਿਰਪਾ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਰਹਿ ਕਰਕੇ 7 ਸਾਲ ਮਹਾਨ ਸੇਵਾ ਕੀਤੀ। ਤਾਂ ਗੁਰੂ ਘਰ ਦੇ ਰਬਾਬੀ ਕਥਨ ਕਰ ਰਹੇ ਹਨ, ਜਿਨ ਕੀਤੀ ਸੋ ਮੰਨਣਾ, ਵੀ ਜਿਸ ਨੇ ਸੇਵਾ ਕੀਤੀ ਹੈ ਉਸੇ ਨੂੰ ਹੀ ਮੰਨਣਾ ਹੈ। ਸਿੱਖ ਜਗਤ ਨੇ, ਸੰਗਤਾਂ ਨੇ ਉਸੇ ਨੂੰ ਹੀ ਮੰਨਣਾ ਹੈ, ਕਿਉਂਕਿ ਸੇਵਾ ਕਰਕੇ ਹੀ ਮੰਨੇ ਜਾਣਾ ਹੈ। ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਹੀ ਮਾਣ ਪ੍ਰਾਪਤ ਹੋਣਾ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚ ਹੋ ਜਾਏ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ।
ਜੋ ਸਤਿਗੁਰੂ ਜੀ ਦੀ ਗਾਖੜੀ ਸੇਵਾ ਹੈ, ਕਠਨ ਸੇਵਾ ਹੈ, ਜਿਸ ਨੂੰ ਬਾਣੀ ਵਿੱਚ ਇਹ ਬਚਨ ਵੀ ਕਹੇ ਹਨ, ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ। ਬਹੁਤ ਜ਼ਿਆਦੀ ਕਰੜੀ ਹੈ, ਸਖਤ ਕਰੜੀ ਹੈ, ਮਹਾਨ ਕਰੜੀ ਘਾਲਣਾ ਹੈ। ਤੇ ਉਹ ਘਾਲਣਾ ਘਾਲੀ ਹੈ ਬਾਬਾ ਲਹਿਣਾ ਜੀ ਨੇ। ਫਿਰ ਜਿਨ੍ਹਾਂ ਨੇ ਉਹ ਘਾਲਣਾ ਘਾਲੀ ਹੈ ਸੋ ਮੰਨਣਾ, ਸੰਗਤਾਂ ਨੇ ਉਹਨਾਂ ਨੂੰ ਹੀ ਮੰਨਣਾ ਹੈ, ਗੁਰਸਿੱਖਾਂ ਨੇ ਉਹਨਾਂ ਨੂੰ ਹੀ ਮੰਨਣਾ ਹੈ ਜਿਨ੍ਹਾਂ ਨੇ ਸੇਵਾ ਕੀਤੀ ਹੈ, ਸੰਸਾਰ ਨੇ ਉਹਨਾਂ ਨੂੰ ਹੀ ਮੰਨਣਾ ਹੈ। ਉਹੀ ਸੰਸਾਰ ਵਿੱਚ ਮੰਨੇ ਜਾਂਦੇ ਆ ਜਿਨ੍ਹਾਂ ਨੇ ਘਾਲਣਾ ਘਾਲੀ ਹੈ। ਸੇਵਾ ਕਰਕੇ ਹੀ ਮਾਣ ਪ੍ਰਾਪਤ ਹੁੰਦਾ। ਜਿਨ੍ਹਾਂ ਨੇ ਸੇਵਾ ਕੀਤੀ ਹੈ ਬਾਬਾ ਲਹਿਣਾ ਜੀ ਨੇ, ਉਹਨਾਂ ਨੂੰ ਹੀ ਫਿਰ ਸਾਰੀ ਸੰਗਤ ਨੇ ਮੰਨਣਾ ਕੀਤਾ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ, ਸੁਖ ਸਾਰ। ਫਿਰ ਸਾਰ ਸੁਖ ਦੀ ਪ੍ਰਾਪਤੀ ਵੀ ਉਹਨਾਂ ਨੂੰ ਹੀ ਹੋਈ ਹੈ। ਤਾਂ ਗਰੀਬ ਨਵਾਜ ਸਾਹਿਬ ਜੀ ਨੇ ਬਾਬਾ ਲਹਿਣਾ ਜੀ ਦੇ ਰੂਪ ਦੇ ਵਿੱਚ ਮਹਾਨ ਸੇਵਾ ਕੀਤੀ ਹੈ। ਤੇ ਸੇਵਾ ਵੀ ਉਹੀ ਕਰ ਸਕਦਾ ਹੈ ਜਿਸ ਤੋਂ ਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਕਰਵਾਉਂਦੇ ਹਨ। ਕਿਉਂਕਿ ਪਹਿਲੇ ਮਿਲਾਪ ਵਿੱਚ ਹੀ ਕਹਿ ਦਿੱਤਾ ਸੀ, ਪੁਰਖਾ ਤੇਰਾ ਨਾਂ ਕੀ ਹੈ? ਮਹਾਰਾਜ ਮੇਰਾ ਨਾਂ ਹੈ ਲਹਿਣਾ। ਤੇ ਗੁਰੂ ਜੀ ਨੇ ਉਸੇ ਦਿਨ ਹੀ ਕਹਿ ਦਿੱਤਾ ਸੀ, ਤੂੰ ਲੈਣਾ ਤੇ ਅਸੀਂ ਦੇਣਾ। ਇਹ ਬਖਸ਼ਿਸ਼ ਦੀ ਮਹਾਰਾਜ ਸਾਹਿਬ ਜੀ ਦੀ। ਤੇ ਫਿਰ 7 ਸਾਲ ਸੇਵਾ ਕੀਤੀ, 1599 ਤੋਂ ਲੈ ਕਰਕੇ ਤੇ 1596 ਬਿਕਰਮੀ ਸੰਮਤ ਤੱਕ। ਬਚਨ ਪਹਿਲਾਂ ਕਰ ਦਿੱਤਾ ਸੀ, ਤੂੰ ਲੈਣਾ ਹੈ ਤੇ ਅਸੀਂ ਦੇਣਾ ਹੈ। ਤੇ ਫਿਰ ਮਹਾਨ ਸੇਵਾ ਕੀਤੀ। ਤੇ ਫਿਰ ਸੇਵਾ ਦੀ ਪਰਖ ਵੀ ਕੀਤੀ ਗੁਰੂ ਸਾਹਿਬ ਜੀ ਨੇ, ਸਿੱਖਾਂ ਨੂੰ ਪਰਖਿਆ ਵੀ ਹੈ। ਉਸ ਪਰਖ ਦੇ ਵਿੱਚ ਵੀ ਆਪ ਪੂਰੇ ਉਤਰੇ ਹਨ। ਤਾਂ ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ, ਉਹਨਾਂ ਨੂੰ ਹੀ ਫਿਰ ਸੰਗਤ ਨੇ, ਸੰਸਾਰ ਨੇ ਮੰਨਣਾ ਹੈ, ਮਾਣ ਦੇਣਾ ਹੈ। ਅਥਵਾ ਜਿਨ ਕੀਤੀ, ਜਿਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਸੇਵਕ ਬਾਬਾ ਲਹਿਣਾ ਜੀ ਦੇ ਉੱਤੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਗੁਰਤਾ ਗੱਦੀ ਦੀ ਇਹ ਬਖਸ਼ਿਸ਼ ਕੀਤੀ ਹੈ। ਜਿਨ੍ਹਾਂ ਨੂੰ ਗੁਰਿਆਈ ਦਾ ਤਖਤ ਦਿੱਤਾ ਹੈ, ਇਹ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਨੇ। ਸੋ ਮੰਨਣਾ, ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਤੇ ਸੰਸਾਰ ਨੇ ਫਿਰ ਉਹਨਾਂ ਨੂੰ ਹੀ ਮੰਨਣਾ ਹੈ। ਉਹ ਹਨ ਬਾਬਾ ਲਹਿਣਾ ਜੀ, ਜੋ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਰੂਪ ਵਿੱਚ ਹੋ ਗਏ। ਜਿਨ ਕੀਤੀ ਸੋ ਮੰਨਣਾ। ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਨੂੰ ਮੰਨਣਾ ਕੀਤਾ ਹੈ। ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਗੁਰਿਆਈ ਦਾ ਤਖਤ ਬਖਸ਼ਿਆ ਹੈ, ਇਹ ਕਿਰਪਾ ਕੀਤੀ ਹੈ, ਉਹਨਾਂ ਨੂੰ ਹੀ ਮੰਨਣਾ ਹੈ। ਕੋ ਸਾਲ ਨਾਮ ਹੈ, ਕੌਣ ਹੈ ਸ੍ਰੇਸ਼ਟ? ਜਿਵਾਹੇ ਸਾਲੀ। ਜਿਵਾਹੇ ਦੇ ਵਿੱਚੋਂ ਤੇ ਸਾਲੀ ਝੋਨੇ ਦੇ ਵਿੱਚੋਂ, ਸਾਲੀ ਮੂੰਜੀ ਦੇ ਵਿੱਚੋਂ। ਇਹ ਵੱਖ-ਵੱਖ ਇਲਾਕੇ ਦੀ ਬੋਲੀ ਹੈ। ਕਿਸੇ ਇਲਾਕੇ ਵਿੱਚ, ਆਪਣੇ ਇਲਾਕੇ 'ਚ ਝੋਨਾ ਕਿਹਾ ਜਾਂਦਾ ਹੈ, ਕਈਆਂ ਇਲਾਕਿਆਂ ਦੇ ਵਿੱਚ ਲੋਕ ਝੋਨੇ ਨੂੰ ਮੂੰਜੀ ਕਹਿ ਦਿੰਦੇ ਹਨ, ਤੇ ਕਿਸੇ ਇਲਾਕੇ ਵਿੱਚ ਸਾਲੀ ਕਿਹਾ ਜਾਂਦਾ ਹੈ। ਝੋਨੇ ਨੂੰ, ਚੌਲਾਂ ਨੂੰ ਸਾਲੀ ਕਿਹਾ ਜਾਂਦਾ ਹੈ, ਜਾਂ ਬਿੰਦੀ ਲਾ ਕਰਕੇ ਸ਼ਾਲੀ ਕਹਿ ਦਿੰਦੇ ਹਨ। ਕਸ਼ਮੀਰ ਦੇ ਇਲਾਕੇ ਦੇ ਵਿੱਚ, ਜੰਮੂ ਦੇ ਇਲਾਕੇ ਦੇ ਵਿੱਚ ਉਹ ਚੌਲਾਂ ਨੂੰ ਸ਼ਾਲੀ ਕਹਿ ਦਿੰਦੇ ਹਨ। ਤੇ ਜਿਵਾਹੇ ਨਾਮ ਹੈ ਜਿਵਾਹੇ ਦੇ ਬੂਟੇ ਦਾ, ਜਿਹੜਾ ਕੰਡਿਆਲਾ ਘਾਹ ਜਿਹਾ ਹੀ ਹੁੰਦਾ ਹੈ ਇੱਕ ਤਰ੍ਹਾਂ ਦਾ। ਉਹ ਘਾਹ ਦਾ ਬੂਟਾ ਜਿਹਾ ਹੀ ਹੁੰਦਾ ਹੈ, ਜਿਵਾਹੇ ਦਾ ਬੂਟਾ ਜਿਸ ਨੂੰ ਕੰਡੇ ਬੜੇ ਲੱਗੇ ਹੁੰਦੇ ਹਨ। ਕਹਿੰਦੇ ਜਿਵਾਹੇ ਵਿੱਚੋਂ ਤੇ ਚੌਲਾਂ ਵਿੱਚੋਂ, ਜਿਵਾਹੇ ਦੇ ਬੂਟੇ ਵਿੱਚੋਂ ਤੇ ਝੋਨੇ ਦੇ ਵਿੱਚੋਂ ਕੋ ਸਾਲ ਕਿਹੜਾ ਹੈ ਸ੍ਰੇਸ਼ਟ? ਭਾਵ ਸ੍ਰੇਸ਼ਟ ਤਾਂ ਝੋਨਾ ਹੀ ਹੈ, ਕਿਉਂਕਿ ਝੋਨਾ ਨੀਵੇਂ ਥਾਂ ਤੇ ਰਹਿੰਦਾ ਹੈ। ਝੋਨਾ ਜਿੱਥੇ ਪਾਣੀ ਉਹਨੂੰ ਮਿਲੇ, ਪਾਣੀ ਦੇ ਵਿੱਚ ਹੀ ਰਹਿੰਦਾ ਹੈ। ਬਹੁਤਾ ਪਾਣੀ ਝੋਨੇ ਨੂੰ ਦਿੱਤਾ ਜਾਂਦਾ ਹੈ, ਪਾਣੀ ਵਿੱਚ ਖਲੋਤਾ ਰਹਿੰਦਾ ਹੈ। ਤੇ ਜਿਹੜਾ ਹੈ ਜਿਵਾਹੇ ਦਾ ਬੂਟਾ, ਉਹ ਬਰਸਾਤ ਦੇ ਵਿੱਚ ਸੁੱਕਦਾ ਹੈ। ਝੋਨਾ ਬਰਸਾਤ ਦੇ ਵਿੱਚ ਹਰਿਆ ਭਰਿਆ ਹੁੰਦਾ,
ਮੀਂਹ ਪਵੇ, ਕਿਉਂਕਿ ਜਦੋਂ ਔੜ ਲੱਗੀ ਹੋਵੇ, ਜਦੋਂ ਝੋਨੇ ਲਾਏ ਜਾਂਦੇ, ਜਦੋਂ ਔੜ ਲੱਗੀ ਹੋਵੇ, ਧੁੱਪਾਂ ਬਹੁਤੀਆਂ ਲੱਗਣ, ਪਾਣੀ ਪੂਰਾ ਨਾ ਮਿਲੇ ਤੇ ਫਿਰ ਝੋਨਾ ਸੁੱਕਦਾ ਹੈ। ਤੇ ਜੇ ਮੀਂਹ ਪੈ ਜਾਵੇ ਤੇ ਪਾਣੀ ਵਿੱਚ ਪੂਰਾ ਮਿਲੇ ਝੋਨੇ ਨੂੰ ਤੇ ਝੋਨਾ ਹਰਿਆ ਭਰਿਆ ਹੁੰਦਾ। ਜਵਾਈ ਦਾ ਬੂਟਾ ਔੜ ਦੇ ਵਿੱਚ ਮੌਲਦਾ ਹੈ। ਜਦੋਂ ਅੱਤ ਦੀ ਗਰਮੀ ਹੋਵੇ, ਮੀਂਹ ਨਾ ਪਵੇ ਤੇ ਫੇਰ ਹਰਿਆ ਹੁੰਦਾ ਹੈ ਜਵਾਈ ਦਾ ਬੂਟਾ। ਜਦੋਂ ਮੀਂਹ ਪੈ ਜਾਵੇ ਤੇ ਪੱਤੇ ਸੁੱਟ ਜਾਂਦਾ ਹੈ, ਸੁੱਕ ਜਾਂਦਾ ਹੈ ਜਵਾਈ ਦਾ ਬੂਟਾ। ਇਸ ਕਰਕੇ ਕਹਿੰਦੇ ਹਨ ਰਾਏ ਬਲਵੰਡ ਜੀ, ਕੋ ਸਾਲ ਜਿਵਾਹੇ ਸਾਲੀ, ਜਵਾਈ ਦੇ ਬੂਟੇ ਵਿੱਚੋਂ ਤੇ ਝੋਨੇ ਦੇ ਬੂਟੇ ਵਿੱਚੋਂ ਕਿਹੜਾ ਸ੍ਰੇਸ਼ਟ ਹੈ? ਝੋਨਾ ਹੀ ਸ੍ਰੇਸ਼ਟ ਹੈ, ਚੌਲਾਂ ਦਾ ਬੂਟਾ ਹੀ ਸ੍ਰੇਸ਼ਟ ਹੈ। ਜੋ ਚਿੱਟੇ ਚੌਲ ਹਨ ਉਹੀ ਸ੍ਰੇਸ਼ਟ ਹੈ। ਉਹ ਕੰਡਿਆਂ ਵਾਲਾ ਜਵਾਹੇ ਦਾ ਬੂਟਾ ਤੇ ਉਹ ਤਾਂ ਕੰਡਿਆਲੇ ਦੇ ਨਾਲ, ਕੰਡਿਆਂ ਨਾਲ ਭਰਿਆ ਹੋਇਆ, ਸ੍ਰੇਸ਼ਟ ਨਹੀਂ ਹੈ। ਇੱਥੇ ਭਾਵ ਇਹ ਹੈ ਵੀ ਜਿਨ੍ਹਾਂ ਨੇ ਹੰਕਾਰ ਕੀਤਾ, ਈਰਖਾਂ ਦੇ ਕੰਡੇ ਧਾਰਨ ਕੀਤੇ, ਵਕਾਰਾਂ ਦੇ ਕੰਡੇ ਧਾਰਨ ਕੀਤੇ, ਉਹ ਜਵਾਈ ਦੇ ਬੂਟੇ ਦੀ ਤਰ੍ਹਾਂ ਵਾ, ਉਹ ਸ੍ਰੇਸ਼ਟ ਨਹੀਂ। ਬਾਬਾ ਲਹਿਣਾ ਜੀ ਜੋ ਨਿਮਰਤਾ ਦੇ ਵਿੱਚ ਰਹਿ ਕਰਕੇ, ਨੀਵੇਂ ਹੋ ਕਰਕੇ, ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਉਪਦੇਸ਼ ਰੂਪੀ ਬਰਸਾਤ ਹੋਈ ਹੈ, ਮੀਂਹ ਪਿਆ ਹੈ, ਉਸ ਉਪਦੇਸ਼ ਰੂਪੀ ਮੀਂਹ ਦੇ ਵਿੱਚ, ਉਪਦੇਸ਼ ਰੂਪੀ ਝੜੀ ਦੇ ਵਿੱਚ ਬਾਬਾ ਲਹਿਣਾ ਜੀ ਨੇ ਹਰੇ ਭਰੇ ਹੋਣਾ ਕੀਤਾ ਹੈ, ਮੌਲਣਾ ਕੀਤਾ ਹੈ, ਤਨ ਮਨ ਹਰਿਆ ਹੋਇਆ ਹੈ। ਤੇ ਨਿਮਰਤਾ ਵਿੱਚ ਰਹਿ ਕਰਕੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਜਲ ਪ੍ਰਾਪਤ ਕਰਕੇ ਮਹਾਨ ਸੇਵਾ ਕੀਤੀ ਹੈ। ਤੇ ਜਿਨ੍ਹਾਂ ਨੇ ਹੰਕਾਰ ਕੀਤਾ ਹੈ, ਉਹ ਜਵਾਈ ਦੇ ਬੂਟੇ ਵਰਗੇ, ਉਹ ਕੰਡਿਆਂ ਨਾਲ, ਈਰਖਾ ਨਾਲ ਭਰੇ ਹੋਏ, ਉਹ ਸ੍ਰੇਸ਼ਟ ਨਹੀਂ ਹਨ। ਜਿਵੇਂ ਜਵਾਈ ਦੇ ਬੂਟੇ ਵਿੱਚੋਂ ਝੋਨੇ ਦਾ ਬੂਟਾ ਹੀ ਸ੍ਰੇਸ਼ਟ ਹੈ, ਇਸੇ ਪ੍ਰਕਾਰ ਹੰਕਾਰੀਆਂ ਜਿਹੜੇ ਹਨ, ਉਹਨਾਂ ਦੇ ਵਿੱਚੋਂ ਨਿਮਰਤਾ ਵਾਲੇ ਬਾਬਾ ਲਹਿਣਾ ਜੀ ਸ੍ਰੇਸ਼ਟ ਹਨ। ਧਰਮ ਰਾਏ ਹੈ ਦੇਵਤਾ, ਕਹਿੰਦੇ ਜੋ ਧਰਮ ਰਾਜਾ ਹੈ ਨਾ, ਪਰਮੇਸ਼ਰ ਦਾ ਪੈਦਾ ਕੀਤਾ ਹੋਇਆ, ਨਿਆਂ ਕਰਨ ਵਾਲਾ, ਸਹੀ ਫੈਸਲੇ ਕਰਨ ਵਾਲਾ, ਉਹ ਧਰਮ ਰਾਜਾ ਵੀ ਇੱਕ ਦੇਵਤਾ ਹੈ। ਲੈ ਗੱਲਾਂ ਕਰੇ ਦਲਾਲੀ, ਉਹ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਆਗਿਆ ਲੈਂਦਾ ਹੈ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਬਚਨ ਲੈ ਕਰਕੇ ਉਹ ਦਲਾਲੀ ਕਰਦਾ ਹੈ, ਜੀਵਾਂ ਦੇ ਫੈਸਲੇ ਕਰਦਾ ਹੈ। ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਜਦੋਂ ਧਰਮ ਰਾਜਾ ਨੂੰ ਕਹਿ ਦਿੰਦੇ ਹਨ ਕਿ ਇਹ ਸਿੱਖ, ਇਹਨੇ ਸਾਡੀ ਸਿੱਖੀ ਕਮਾਈ ਹੈ, ਇਹਨੇ ਸੇਵਾ ਕੀਤੀ ਹੈ, ਸੰਗਤ ਵਿੱਚ ਰਹਿ ਕਰਕੇ ਗੁਰੂ ਘਰ ਦੀ ਸਿੱਖੀ ਕਮਾਈ ਹੈ, ਗੁਰੂ ਕੀ ਆਗਿਆ ਇਹਨੇ ਪਾਲੀ ਹੈ। ਤੇ ਉਹ ਫਿਰ ਗੁਰੂ ਕੇ ਬਚਨ ਲੈ ਕਰਕੇ, ਗੁਰੂ ਕੀਆਂ ਗੱਲਾਂ, ਗੁਰੂ ਕਾ ਉਪਦੇਸ਼ ਲੈ ਕਰਕੇ ਧਰਮ ਰਾਜਾ ਵੀ ਉਸ ਸਿੱਖ ਦੀ ਫਿਰ ਦਲਾਲੀ ਕਰਦਿਆਂ ਹੋਇਆਂ ਉਸ ਸਿੱਖ ਨੂੰ ਸਾਧ ਸੰਗਤ ਜੀ ਉਹ ਵਿੱਚ ਪੈ ਕਰਕੇ ਉਹਦੀ ਰਿਹਾਈ ਕਰਦਾ, ਉਹ ਸਿੱਖ ਦੇ ਪੱਖ ਕਰਦਾ ਹੈ। ਫਿਰ ਧਰਮ ਰਾਜਾ ਵੀ ਇਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਸ ਸਿੱਖ ਦੀ ਹਾਮੀ ਭਰੀ। ਔਰ ਇਸੇ ਪ੍ਰਕਾਰ ਦੂਸਰਾ ਕੀਤਾ ਹੈ ਗੁਰਮੁਖਾਂ ਨੇ ਅਰਥ ਵੀ ਧਰਮ ਦਾ ਰਾਜ ਕਰਨ ਵਾਲੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਹੀ ਧਰਮ ਰਾਏ ਹੈ ਦੇਵਤਾ। ਧਰਮ ਦਾ ਨਿਆਂ ਕਰਨ ਵਾਲੇ ਧਰਮ ਰਾਜਾ ਰੂਪੀ ਆਪ ਹੀ ਗਰੀਬ ਨਵਾਜ ਸਾਹਿਬ ਜੀ ਦੇਵਤਿਆਂ ਦੇ ਮਹਾਨ ਦੇਵਤੇ ਹਨ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਕਿਉਂਕਿ ਗੁਰੂ ਸਾਹਿਬ ਜੀ ਦੀ ਬਰਾਬਰਤਾ ਦਾ ਕੋਈ ਵੀ ਦੇਵਤਾ ਨਹੀਂ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਲੈ ਗੱਲਾਂ ਕਰੇ ਦਲਾਲੀ, ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਦੀਆਂ ਬੇਨਤੀਆਂ ਰੂਪੀ ਗੱਲਾਂ ਲੈ ਕਰਕੇ ਜੋ ਮਹਾਰਾਜ ਸਾਹਿਬ, ਕਿਉਂਕਿ ਬੇਨਤੀ ਵੀ ਤਾਂ ਗੱਲ ਹੀ ਇੱਕ ਕੀਤੀ ਜਾਂਦੀ ਹੈ ਨਾ, ਮੁਖ ਤੋਂ ਬੋਲਿਆ ਜਾਂਦਾ ਤੇ ਇੱਕ ਗੱਲ ਹੀ ਆਪਣੀ ਬੇਨਤੀ ਕੁਝ ਬੋਲਾਂ ਦੇ ਵਿੱਚ ਹੀ ਮਹਾਰਾਜ ਸਾਹਿਬ ਜੀ ਨੂੰ ਸੁਣਾਈ ਜਾਂਦੀ, ਉਹ ਵੀ ਤਾਂ ਗੱਲਾਂ ਹੀ ਹਨ ਨਾ। ਜਦੋਂ ਬੇਨਤੀਆਂ ਕਰਦੇ ਆ ਗੁਰਸਿੱਖ, ਬੇਨਤੀਆਂ ਰੂਪੀ ਸਿੱਖਾਂ ਦੀਆਂ ਗੱਲਾਂ ਲੈ ਕਰਕੇ ਮਹਾਰਾਜ ਸਾਹਿਬ ਜੀ ਲੈ ਕੇ ਕੀ ਪ੍ਰਵਾਨ ਕਰਕੇ ਆਪਣੇ ਦਰਬਾਰ ਦੇ ਵਿੱਚ, ਤੇ ਫਿਰ ਸਿੱਖਾਂ ਦੀ ਮਹਾਰਾਜ ਸਾਹਿਬ ਜੀ ਸਿਫਾਰਿਸ਼ ਕਰਦੇ ਹਨ, ਕਲਿਆਣ ਕਰਦੇ ਹਨ।
ਬੰਧਨ ਕੱਟ ਦਿੰਦੇ ਆ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਸੇਵਕਾਂ ਦੇ। ਸਤਿਗੁਰ ਆਖੈ ਸੱਚਾ ਕਰੇ। ਤੇ ਜਿਹੜਾ ਧਰਮ ਰਾਜਾ ਪ੍ਰਲੋਕ ਦੇ ਵਿੱਚ ਬੈਠਾ ਹੋਇਆ ਨਿਆਂ ਕਰਦਾ ਹੈ ਜੀਵਾਂ ਦਾ, ਤੇ ਸਤਿਗੁਰੂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਉਸ ਧਰਮ ਰਾਜੇ ਨੂੰ ਵੀ ਆਖ ਦਿੰਦੇ ਆ ਕਿ ਭਾਈ ਇਹ ਸਾਡਾ ਸਿੱਖ ਹੈ, ਇਹਦੇ ਵੱਲੇ ਨਹੀਂ ਤੂੰ ਇਹਦਾ ਸਹੀ ਫੈਸਲਾ ਕਰਨਾ ਹੈ। ਤਾਂ ਮਹਾਰਾਜ ਸਾਹਿਬ ਜੀ ਜਦੋਂ ਧਰਮ ਰਾਜੇ ਨੂੰ ਕਹਿ ਦਿੰਦੇ ਆ ਨਾ ਸਤਿਗੁਰ ਆਖੈ ਸੱਚਾ ਕਰੇ, ਫਿਰ ਉਸ ਸਿੱਖ ਨੂੰ ਸੱਚਾ ਕਰ ਦਿੰਦੇ ਹਨ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਅਥਵਾ ਸਤਿਗੁਰੂ ਜੀ ਜਦੋਂ ਧਰਮ ਰਾਜੇ ਨੂੰ ਆਖ ਦਿੰਦੇ ਆ ਤੇ ਉਹ ਧਰਮ ਰਾਜਾ ਫਿਰ ਉਸ ਸਿੱਖ ਨੂੰ ਉਸ ਜੀਵ ਨੂੰ ਸੱਚਾ ਕਰ ਦਿੰਦਾ ਹੈ ਵੀ ਇਹ ਤਾਂ ਸੱਚਾ ਹੈ ਭਾਈ, ਕਿਉਂਕਿ ਇਹ ਸੱਚੇ ਸਤਿਗੁਰੂ ਦਾ ਸਿੱਖ ਹੈ। ਇਸ ਕਰਕੇ ਇਸ ਨੂੰ ਤਾਂ ਨਮਸਕਾਰ ਕਰਨੀ ਹੀ ਬਣਦੀ ਹੈ। ਉਸ ਸਿੱਖ ਨੂੰ ਸੱਚਾ ਕੀਤਾ ਜਾਂਦਾ ਹੈ ਦਰਗਾਹ ਦੇ ਵਿੱਚ। ਸਾਬਾਤ ਹੋਵੇ ਦਰਹਾਲੀ। ਤੇ ਸਤਿਗੁਰੂ ਜੀ ਜੋ ਸੱਚਾ ਬਚਨ ਕਰ ਦਿੰਦੇ ਆ ਨਾ ਸਿੱਖਾਂ ਦੀ ਕਲਿਆਣ ਦਾ, ਬੰਧਨਾਂ ਤੋਂ ਰਿਹਾਈ ਦਿਵਾਉਣ ਦਾ, ਸਾਬਾਤ ਹੋਵੇ ਦਰਹਾਲੀ। ਦਰਹਾਲੀ ਨਾਮ ਹੈ ਉਸੇ ਵੇਲੇ, ਸ਼ੀਘਰ, ਤਤਕਾਲ, ਉਸੇ ਹਾਲ ਉਸੇ ਸਮੇਂ ਉਹ ਬਾਤ ਜਿਹੜੀ ਹੋ ਜਾਂਦੀ ਹੈ। ਭਾਵ ਧਰਮ ਰਾਜਾ ਉਸੇ ਵੇਲੇ ਗੁਰੂ ਜੀ ਦੀ ਆਗਿਆ ਮੰਨਦਾ ਹੈ, ਗੁਰੂ ਜੀ ਦਾ ਬਚਨ ਮੰਨਦਾ ਹੈ। ਮਹਾਰਾਜ ਸਾਹਿਬ ਜੀ ਦੀ ਕੀਤੀ ਹੋਈ ਬਾਤ, ਬੋਲਿਆ ਹੋਇਆ ਬੋਲ, ਬਚਨ ਕੀਤਾ ਹੋਇਆ ਉਸੇ ਸਮੇਂ ਹੋ ਜਾਂਦਾ ਹੈ ਪੂਰਾ। ਸਾ ਬਾਤ ਹੋਵੇ ਦਰਹਾਲੀ, ਉਸੇ ਸਮੇਂ ਹੀ ਉਹ ਬਾਤ ਹੋ ਜਾਂਦੀ ਹੈ ਪੂਰੀ, ਜੋ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਕਰ ਦਿੰਦੇ ਹਨ। ਧਰਮ ਰਾਜਾ ਪਾਪੀਆਂ ਨੂੰ ਦੰਡ ਦਿੰਦਾ ਹੈ, ਗੁਰਸਿੱਖਾਂ ਨੂੰ ਤੇ ਹੱਥ ਜੋੜ ਕੇ ਨਮਸਕਾਰਾਂ ਕਰਦਾ ਹੈ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹੁਣਾ ਹਉਣਾ ਤੂਣ ਹੈ ਛੁਟਹਿ ਨਿਕਟ ਨਾ ਜਾਈਆ ਦੂਤ। ਪੰਜਵੇਂ ਪਾਤਸ਼ਾਹ ਦੇ 2 ਸ਼ਲੋਕ ਇਕੱਠੇ ਹੀ ਹਨ ਵਾਰਾਂ ਦੇ ਵਧੀਕ ਵਿੱਚ। ਇਸ ਇੱਕ ਵਿੱਚ ਪਾਪੀਆਂ ਦਾ ਜ਼ਿਕਰ ਕੀਤਾ ਹੈ ਤੇ ਇੱਕ ਵਿੱਚ ਨਾਮ ਜਪਣ ਵਾਲਿਆਂ ਦਾ ਜ਼ਿਕਰ ਕੀਤਾ ਹੈ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਕਿਉਂਕਿ ਧਰਮ ਰਾਜਾ ਪਰਮੇਸ਼ਰ ਵਾਹਿਗੁਰੂ ਜੀ ਦਾ ਸੇਵਾਦਾਰ ਹੈ, ਉਹਦੀ ਸੇਵਾ ਲਾਈ ਹੋਈ ਹੈ। ਉਹ ਪਰਮੇਸ਼ਰ ਦਾ ਤੇ ਉਹ ਵੀ ਕਾਮਾ ਹੈ ਸਾਧ ਸੰਗਤ ਜੀ। ਪਰਮੇਸ਼ਰ ਦੀ ਆਗਿਆ ਦੇ ਵਿੱਚ ਵਾਹਿਗੁਰੂ ਜੀ ਦਾ ਉਹ ਕਾਰਜ ਕਰ ਰਿਹਾ, ਜਿੱਥੇ ਉਹਦੀ ਡਿਊਟੀ ਲਾਈ ਹੋਈ ਹੈ, ਸੇਵਾ ਲਾਈ ਹੋਈ ਹੈ। ਤੇ ਉਸ ਨੂੰ ਆਖਿਆ ਹੈ ਕਿ ਤੂੰ ਪਾਪੀਆਂ ਤੇ ਪੁੰਨੀਆਂ ਦਾ ਲੇਖਾ ਜੋਖਾ ਕਰਨਾ, ਨਿਸ਼ਕਾਮੀਆਂ ਦਾ ਤੇ ਉਹਦੇ ਕੋਲੇ ਲੇਖਾ ਹੀ ਨਹੀਂ ਹੈ। ਪਾਪੀਆਂ ਪੁੰਨੀਆਂ ਦਾ ਉਹ ਹਿਸਾਬ ਕਿਤਾਬ ਕਰਦਾ ਹੈ। ਤੇ ਜੇ ਕੋਈ ਕਿਸੇ ਸਿੱਖ ਤੋਂ ਭੁੱਲ ਗਲਤੀ ਹੁੰਦੀ ਆ ਤੇ ਮਹਾਰਾਜ ਸਾਹਿਬ ਜੀ ਧਰਮ ਰਾਜਾ ਦੇ ਕੋਲੇ ਫਿਰ ਬਚਨ ਕਰ ਦਿੰਦੇ ਆ ਵੀ ਇਹ ਸਾਡਾ ਸਿੱਖ ਹੈ, ਇਹਦਾ ਲੇਖਾ ਜੋਖਾ ਅਸੀਂ ਕਰਾਂਗੇ। ਤੇ ਧਰਮ ਰਾਜਾ ਫਿਰ ਉਸੇ ਵੇਲੇ ਮਹਾਰਾਜ ਦਾ ਬਚਨ ਮੰਨਦਾ ਹੈ। ਜਿਵੇਂ ਇਸ ਸ਼ਲੋਕ ਵਿੱਚ ਜ਼ਿਕਰ ਆਇਆ ਕਿ ਪਾਪੀਆਂ ਨੂੰ ਤੇ ਇਸ ਤਰ੍ਹਾਂ ਦੀ ਸਜ਼ਾ ਦਿੰਦਾ ਹੈ ਧਰਮ ਰਾਜਾ, ਜਿਵੇਂ ਮਧਾਣੀ ਦਹੀਂ ਨੂੰ ਰਿੜਕਦੀ ਹੈ ਤੇ ਮੱਖਣ ਵੱਖਰਾ ਤੇ ਲੱਸੀ ਵੱਖਰੀ ਕਰ ਦਿੰਦੀ, ਇਸ ਤਰ੍ਹਾਂ ਉਹ ਸਜ਼ਾ ਦਿੰਦਾ, ਰਿੜਕ ਕੇ ਰੱਖ ਦਿੰਦਾ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਪਾਪੀਆਂ ਨੂੰ ਹਾਏ ਹਾਏ ਕਰਨੀ ਪੈਂਦੀ। ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਏ। ਜਿਵੇਂ ਮਧਾਣੀ ਮਥ ਦਿੰਦੀ ਆ ਰਿੜਕ ਦਿੰਦੀ, ਇਸ ਤਰ੍ਹਾਂ ਧਰਮ ਰਾਜਾ ਰਿੜਕ ਦਿੰਦਾ। ਤੇ ਦੂਜੇ ਹਨ ਉਹ ਜਿਨ੍ਹਾਂ ਨੇ ਨਾਮ ਧਿਆਇਆ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਉਹਨਾਂ ਨੇ ਜਨਮ ਪਦਾਰਥ ਨੂੰ ਜੇਤੀ ਲਿਆ, ਸਫਲਾ ਕਰ ਲਿਆ। ਨਾਨਕ ਧਰਮੇ ਐਸੇ ਚਵਹਿ ਕੀਤੋ ਭਵਨ ਪੁਨੀਤ। ਤੇ ਉਹ ਨਾਮ ਨੂੰ ਧਿਆਉਣ ਵਾਲੇ ਗੁਰੂ ਕੇ ਸਿੱਖ ਜੇ ਚਲੇ ਜਾਂਦੇ ਆ ਧਰਮ ਰਾਜਾ ਦੇ ਕੋਲੇ, ਤੇ ਧਰਮ ਰਾਜਾ ਵੀ ਹੱਥ ਜੋੜ ਕੇ ਉਹਨਾਂ ਦਾ ਸਨਮਾਨ ਕਰਦਾ ਤੇ ਬੇਨਤੀ ਕਰਦਾ ਹੈ ਕਿ ਗੁਰੂ ਕੇ ਪਿਆਰਿਓ, ਤੁਸੀਂ ਇੱਥੇ ਜਮਪੁਰੀ ਵਿੱਚ ਆ ਕੇ ਮੇਰੇ ਭੌਣ ਹੀ ਪਵਿੱਤਰ ਕਰ ਦਿੱਤੇ, ਤੁਸੀਂ ਤੇ ਇਹ ਜਮਪੁਰੀ ਪਵਿੱਤਰ ਕਰ ਦਿੱਤੀ ਆਪਣੇ ਚਰਨ ਪਾ ਕਰ। ਪਰ ਬਾਕੀਆਂ ਦਾ ਲੇਖਾ ਜੋਖਾ ਉਹ ਕਰਦਾ ਹੈ ਪੂਰਾ। ਉਹ ਗੁਰੂ ਕੇ ਸਿੱਖਾਂ ਦੇ ਤਾਂ ਹੀ ਉਹ ਨਮਸਕਾਰਾਂ ਕਰਦਾ ਹੈ।
ਗੁਰੂ ਕੇ ਸਿੱਖ ਵੀ ਉਹ ਜਿਹੜੇ ਗੁਰੂ ਕੀ ਸਿੱਖਿਆ ਵਿੱਚ ਚੱਲੇ ਉਹ, ਤੇ ਜਿਨ੍ਹਾਂ ਦੀ ਸਿਫਾਰਿਸ਼ ਗੁਰੂ ਸਾਹਿਬ ਜੀ ਆਪ ਕਰਦੇ ਆ ਕਿ ਇਹ ਸਾਡਾ ਸਿੱਖ ਹੈ, ਤੇ ਉਹਨਾਂ ਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਾਂਹ ਫੜਦੇ ਆਪਣੇ ਸਿੱਖਾਂ ਦੀ। ਉਹਨਾਂ ਸਿੱਖਾਂ ਦਾ ਲੇਖਾ ਜੋਖਾ ਫਿਰ ਧਰਮ ਰਾਜਾ ਪਾੜ ਦਿੰਦਾ ਕਿ ਇਹਨਾਂ ਦਾ ਲੇਖਾ ਗੁਰੂ ਸਾਹਿਬ ਦੇ ਕੋਲੇ। ਤੇ ਜਿਨ੍ਹਾਂ ਦੀ ਸਾਧ ਸੰਗਤ ਜੀ ਨਾ ਮਹਾਰਾਜ ਸਾਹਿਬ ਜੀ ਸਿਫਾਰਿਸ਼ ਕਰਨ, ਨਾ ਕਹਿਣ ਵੀ ਇਹ ਸਾਡਾ ਸਿੱਖ ਨਹੀਂ ਹੈ, ਜਾਂ ਕੋਈ ਵਚਨ ਕਰਨ ਹੀ ਨਾ, ਫਿਰ ਉਸ ਨੂੰ ਤਾਂ ਧਰਮ ਰਾਜਾ ਫਿਰ ਸਜ਼ਾ ਦਿੰਦਾ ਹੀ ਹੈ। ਆਸਾ ਕੀ ਵਾਰ ਦੇ ਵਿੱਚ ਵਚਨ ਹੈ ਮਹਾਰਾਜ ਸਾਹਿਬ ਜੀ ਦਾ ਕਿ ਧਰਮ ਰਾਜਾ ਦੀ ਸੇਵਾ ਲਾਈ ਹੋਈ ਆ ਪਰਮੇਸ਼ਰ ਵਾਹਿਗੁਰੂ ਜੀ ਨੇ, ਉਹਦੀ ਇਹ ਡਿਊਟੀ ਲਾਈ ਹੋਈ ਹੈ। ਤੇ ਧਰਮ ਰਾਜਾ ਵੀ ਪਰਮੇਸ਼ਰ ਦਾ ਜਸ ਗਾਉਂਦਾ ਹੈ, ਵਾਹਿਗੁਰੂ ਦਾ ਨਾਮ ਜਪਦਾ ਹੈ, ਪ੍ਰਭੂ ਦੀ ਕੀਰਤੀ ਕਰਨ ਵਾਲਾ ਹੈ, ਇਹ ਦੇਵਤਾ ਹੈ। ਉਹ ਗੁਰਸਿੱਖਾਂ ਵਾਸਤੇ ਦੇਵਤਾ ਹੈ, ਦੂਸਰਿਆਂ ਵਾਸਤੇ ਤੇ ਜਮਰਾਜ ਹੈ। ਜਮਰਾਜ ਨਾਨਕ ਜੀ ਉਪਾਏ ਕੈ, ਆਸਾ ਕੀ ਵਾਰ ਚ ਮਹਾਰਾਜ ਸਾਹਿਬ ਕਹਿੰਦੇ, ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ, ਕਿ ਧਰਮ ਰਾਜਾ ਨੂੰ ਬਿਠਾਇਆ ਹੋਇਆ ਹੈ ਵੀ ਸਾਰਿਆਂ ਦਾ ਲੇਖਾ ਕਰ ਦੋ, ਸਾਰਿਆਂ ਦੇ ਨਾਵੇ ਲਿਖਣ ਵਾਸਤੇ, ਸਾਰਿਆਂ ਦਾ ਹਿਸਾਬ ਕਰਨ ਵਾਸਤੇ ਧਰਮ ਰਾਜਾ ਨੂੰ ਪਰਮੇਸ਼ਰ ਨੇ ਬਿਠਾਇਆ। ਉਥੈ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਤੇ ਧਰਮ ਰਾਜਾ ਦੇ ਕੋਲੇ ਸੱਚ ਹੀ ਨਿਬੇੜਾ ਹੁੰਦਾ ਹੈ। ਪੁੰਨੀਆਂ ਨੂੰ ਇੱਕ ਪਾਸੇ ਕਰੀ ਜਾਂਦਾ, ਪਾਪੀਆਂ ਨੂੰ ਇੱਕ ਪਾਸੇ ਕਰੀ ਜਾਂਦਾ। ਪੁੰਨੀਆਂ ਨੂੰ ਸਵਰਗ ਵੱਲ ਨੂੰ ਭੇਜੀ ਜਾਂਦਾ, ਪਾਪੀਆਂ ਨੂੰ ਨਰਕ ਵੱਲ ਨੂੰ ਭੇਜੀ ਜਾਂਦਾ। ਤੇ ਪੁੰਨੀ ਜਿਹੜੇ ਉਹਨਾਂ ਦੇ ਵੀ ਜਦੋਂ ਪੁੰਨ ਮੁੱਕ ਜਾਂਦੇ ਆ, ਸਵਰਗ 'ਚ ਉਹਨਾਂ ਨੂੰ ਵੀ ਥੱਲੇ ਡਿੱਗਣਾ ਪੈਂਦਾ। ਫਿਰ ਜਿਹੜੇ ਨਾਮ ਜਪਣ ਵਾਲੇ ਆ, ਉਹਨਾਂ ਦੀ ਗੱਲ ਜਿਹੜੀ ਉਹ ਪੁੰਨੀਆਂ ਤੋਂ ਵੱਖਰੀ ਹੁੰਦੀ ਹੈ। ਪੁੰਨੀ ਜਿਨ੍ਹਾਂ ਨੇ ਸਿਰਫ ਪੁੰਨ ਹੀ ਕੀਤਾ ਵੀ ਸਾਨੂੰ ਸਵਰਗ ਦੀ ਪ੍ਰਾਪਤੀ ਹੋਵੇ, ਉਹ ਇੱਛਾ ਸਹਿਤ ਪੁੰਨ ਕੀਤਾ। ਤੇ ਨਿਸ਼ਕਾਮੀ ਜਿਨ੍ਹਾਂ ਨੇ ਨਾਮ ਜਪਿਆ ਤੇ ਸਵਰਗ ਦੀ ਇੱਛਾ ਨਹੀਂ ਰੱਖੀ ਹੈ, ਨਰਕਾਂ ਦਾ ਡਰ ਨਹੀਂ ਹੈ ਕਿ ਅਸੀਂ ਤੇ ਗੁਰੂ ਸਾਹਿਬ ਜੀ ਦੇ ਪੁਰੀ ਵਿੱਚ ਜਾਣਾ ਹੈ, ਅਸੀਂ ਤਾਂ ਗੁਰੂ ਸਾਹਿਬ ਵਿੱਚ ਭੇਦ ਹੋਣਾ ਹੈ, ਵਾਹਿਗੁਰੂ ਦੀ ਪ੍ਰਾਪਤੀ ਕਰਨੀ। ਉਹ ਸੱਚਖੰਡ ਵਾਸੀ ਹੁੰਦੇ, ਉਹ ਗੁਰੂ ਸਾਹਿਬ ਵਿੱਚ ਭੇਦ ਹੋ ਜਾਂਦੇ। ਗੁਰ ਕਿਰਪਾ ਜਿਹ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਉਹ ਸਵਰਗ ਦੀ ਇੱਛਾ ਹੀ ਨਹੀਂ ਕਰਦੇ, ਨਰਕਾਂ ਤੋਂ ਡਰਦੇ ਨਹੀਂ, ਆਪਣੀ ਗੁਰੂ ਦੀ ਸਿੱਖਿਆ ਤੇ ਚੱਲਦੇ। ਸੁਰਗ ਬਾਸ ਨਾ ਬਾਸ਼ੀਐ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨਹਿ ਨਾ ਕੀਜੈ ਆਸ। ਉਹ ਕਹਿੰਦੇ ਅਸੀਂ ਤੇ ਆਪਣੇ ਗੁਰੂ ਕੀ ਆਗਿਆ ਅਨੁਸਾਰ ਚੱਲਣਾ, ਨਾਮ ਜਪਣਾ, ਬਾਣੀ ਪੜ੍ਹਨੀ, ਸੇਵਾ ਸਿਮਰਨ ਕਰਨਾ, ਜੋ ਹੋਵੇਗਾ ਜਿੱਥੇ ਲੈ ਕੇ ਜਾਣਗੇ ਗੁਰੂ ਸਾਹਿਬ ਜੀ ਆਪੇ ਲੈ ਜਾਣ। ਮਹਾਰਾਜ ਦੀ ਆਗਿਆ 'ਚ ਰਹਿਣਾ। ਕਹਿੰਦੇ ਸਵਰਗ ਦੀ ਇੱਛਾ ਨਹੀਂ, ਨਰਕਾਂ ਦਾ ਡਰ ਨਹੀਂ। ਜਿਹੜੇ ਗੁਰੂ ਕੇ ਪਿਆਰੇ, ਉਹਨਾਂ ਦਾ ਮਾਰਗ ਹੀ ਵੱਖਰਾ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦਾ ਸੇਵਾਦਾਰ ਹੈ ਧਰਮ ਰਾਜਾ। ਇਹ ਸ੍ਰਿਸ਼ਟੀ ਦਾ ਲੇਖਾ ਜੋਖਾ ਕਰਨ ਵਾਸਤੇ ਉਹਨੂੰ ਬਿਠਾਇਆ ਹੋਇਆ ਹੈ। ਨਾਨਕ ਜੀ ਉਪਾਏ ਕਹਿ ਲਿਖ ਨਾਵੇ ਧਰਮ ਬਹਾਲਿਆ, ਉਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆ। ਮਹਾਰਾਜ ਕਹਿੰਦੇ ਜੋ ਧਰਮ ਰਾਜਾ ਹੈ ਨਾ, ਉੱਥੇ ਝੂਠੇ ਨੂੰ ਥਾਂ ਨਹੀਂ ਮਿਲਦੀ। ਫਿਰ ਝੂਠੇ ਨੂੰ ਉੱਥੇ ਠਹਿਰਨ ਵਾਸਤੇ ਥਾਂ ਨਹੀਂ ਮਿਲਦੀ, ਕਿਉਂਕਿ ਉੱਥੇ ਸੱਚਾ ਨਿਆਂ ਹੁੰਦਾ। ਥਾਉ ਨਾ ਪਾਇਨ ਕੂੜਿਆਰ, ਮੋਹ ਕਾਲੈ ਦੋਜਕ ਚਾਲਿਆ। ਝੂਠੇ ਦਾ ਮੂੰਹ ਕਾਲਾ ਕਰਕੇ ਉਹਨੂੰ ਦੋਜਕ ਨੂੰ ਤੋੜ ਦਿੱਤਾ ਜਾਂਦਾ, ਨਰਕਾਂ ਵੱਲ ਨੂੰ ਤੋੜ ਦਿੱਤਾ ਜਾਂਦਾ। ਸਤਿਗੁਰੂ ਸਾਹਿਬ ਜੀ ਵੀ ਜਿਸ ਸਿੱਖ ਦੀ ਮਦਦ ਕਰਦੇ ਆ, ਜਿਸ ਦੀ ਹਾਮੀ ਭਰਦੇ, ਉਹਦੀ ਭਰਦੇ ਜਿਹੜਾ ਮਹਾਰਾਜ ਦਾ ਸਿੱਖ ਬਣਦਾ, ਦੂਜੇ ਦੀ ਥੋੜਾ ਭਰਦੇ। ਜਿਹੜਾ ਗੁਰੂ ਕੀ ਆਗਿਆ ਵਿੱਚ ਚੱਲਿਆ, ਗੁਰੂ ਕੀ ਸਿੱਖਿਆ ਵਿੱਚ ਚੱਲਿਆ, ਉਹਦੀ ਬਾਂਹ ਫੜਦੇ। ਤੇ ਜਿਸ ਨੇ ਗੁਰੂ ਸਾਹਿਬ ਜੀ ਦੀ ਸਿੱਖਿਆ ਹੀ ਨਹੀਂ ਧਾਰਨ ਕੀਤੀ, ਉਹਦੀ ਫਿਰ ਸਿਫਾਰਿਸ਼ ਮਹਾਰਾਜ ਸਾਹਿਬ ਥੋੜਾ ਕਰਦੇ ਆ। ਜਿਹਨੇ ਮਨ ਮਰਜ਼ੀ ਕੀਤੀ ਆ, ਉਹਨੂੰ ਤੇ ਸਜ਼ਾ ਭੋਗਣੀ ਪੈਂਦੀ ਆ।
जिन्हें मन की मर्जी छड्ड के गुरु की मर्जी विच चलना कीता, फिर गुरु साहब जी उहदी रखिया करदे आ, लोक विच भी ते परलोक विच भी। थाओ न पाइन कूड़ियार, मोह काल है दोजक चालिया। अगला बचन कीता, तेरे नाए रत्ते से जिण गए। जेड़े हे वाहिगुरु तेरे नाम विच रंगे गए, जिन्हां ने गुरु की सिक्खी प्राप्त करके, गुरु साहब तो नाम प्राप्त करके नाम की आराधना की, नाम का जप किया, जेड़े तेरे नाम नाल प्रेम करने वाले सी, वो जीवन की बाजी जित के गए, वो जित गए। उत्थे उन्होंने धर्मराजा ने भी नमस्कार की ते आखिया भी तुसी नाम जपण वाले हो, तुसी तां इत्थे चरण पा के इस थां नूं भी पवित्र कर दिता। धर्मराए दर कागज फारे, जन नानक लेखा समझा। उन्होंने दे लेखे दे कागज ही पाड़ दिते धर्मराजा ने भी तुसीं ते बंदगी करन वाले हो, तुसीं ते चंगे काम करके आए हो संसार दे विच। तेरे नाए रत्ते से जिण गए, हार गए से ठगण वालिया। हार के कौन गए, उत्थे हारे कौन? मारे कहंदे जिन्हां ने ठगियां मारियां, जिन्हां ने दूसरे का हक खाधा, जिन्हां ने चोरियां जारियां बेईमानियां ठगियां कीतियां, कुकर्म कीते, वो हार गए उत्थे। क्योंकि उत्थे वड्डी नहीं चलदी, रिश्वत नहीं चलती, उत्थे झूठी सिफारिश नहीं चलती, उत्थे सच्चे ही सच निबड़े, चुन वख कढे जजमालिया। उत्थे ठगियां मारन वाले हार गए, फिर उत्थे सच्चा न्याय हुंदा। तेरे नाए रत्ते से जिण गए, हार गए से ठगण वालिया। लिख नावे धर्म बहालिया। सारियां दे नावे लिखण वास्ते, सारियां दा लेखा लिखण वास्ते धर्मराजा नूं परमेश्वर ने बिठाया होया। श्री गुरु गोबिंद सिंह महाराज जी का वचन है, सतगुरु कहंदे हो बंदिया ठगियां ना मारिया कर। तू तो कहना ना भी अज मैं इन्ने दी ठगी मार लई, अज इन्ने ठग लए। सतगुरु कहंदे असल दे विच तू अपने आप नाल ही ठगी मारी जाना। तैनू परमेश्वर की कृपा नाल मनुखा जन्म मिलिया वा, ते इह धर्म कमाउण वास्ते मिलिया, नाम जपण वास्ते मिलिया, बंदगी करन वास्ते मिलिया। ते तू चोरी जारी करदियां, ठगी मारदियां, बेईमानी करदियां अपना मनुखा जन्म गवा रिया। असल विच तू दूजियां नाल ठगियां नहीं मार रिहा, तू अपने नाल ही ठगी मार रिहा, अपने आप नाल। तू अपने आप नूं घाटे च पा रिहा। 33 सवैयां दा वचन है, अमृत दे दाते पंथ दे वाली धन श्री गुरु गोबिंद सिंह महाराज जी का। गरीब नवाज कहंदे काहे को डिंब करे मन मूर्ख, डिंब करे अपनी पत खुआया है। डिंब कहंदे पखंड नूं। सतगुरु कहंदे ओ मन दिया मूर्खा, तू लोकां नूं बुद्धू बनाउणा ते अपने आप नूं चतुर ते सियाणा कहाउणा वा, तू मनो तां मूर्ख वा। असल च तू दूजियां नाल बेईमानियां नहीं कर रहा, दूजियां नाल ठगियां नहीं मार रहा, तू अपने मनुखा जन्म दे नाल ठगी मार रहा। ते मनो मूर्खा कादे वास्ते बेईमानियां करदा, कादे वास्ते ठगियां मार रहा, कादे लई पखंड कर रहे हैं। पखंड हुंदा साध संगत जी बाहरों धर्म दा लिबास धारण कीता होना ते अंदरों धर्म नूं ना धारण करना। जो बाहरों पहरावा है अंदरों वो ना धारण करना, अंदरों होर ते बाहरों होर होना, उन्होंने पखंड आख्या। काहे को डिंब करे मन मूर्ख, डिंब करे अपनी पत खुआया है। मारे कहंदे तू अपनी इज्जत ही खराब कर लवेगा। काहे को लोग ठगे, ठग लोगन, लोग गयो पर लोग गवाए है। कादे वास्ते लोगों नूं ठगदा, ठगियां मार के तेरा लोक तां चली गया, तू परलोक भी गवा लेना। दीन दयाल की ठौर जहां ते ठौर बिखै तोहे ठौर ना है। जिथे दीना ते दयालता करन वाले दी जगह है ना, ठौर है, सचखंड दरबार है, उथे तैनू ठहरन वास्ते थां नहीं मिलनी, क्योंकि उथे ठगी मारन वालियां नूं थां नहीं मिलती। उथे चोर की हामा भरे ना कोई, उथे बेईमानां नूं थां नहीं मिलती।
दीन दयाल की ठौर जहाँ तेह ठौर विखै तुह ठौर न आया है। चेत रे चेत अचेत महापस भेख के कीने लेख ना पै है। महाराज कहते महा पशुआ, एक तो वो पशु ना जेड़े चार पैरों वाले, ते सतगुरु कहते महापस भी तू मनुखा जन्म विच हो करके ते कर्म इस तरह के करदा, इस करके तू उस पशु नालों भी वड्डा पशु है। ते कल्ला भेख धारण कीता है, सच्चाई तेरे पल्ले नहीं, ते भेख दे धारण कीतियां पखंडिया तैनू उस दी प्राप्ति नहीं होनी जिन्हों अलेख आखिया जाता है। जेड़ा लेखियां तो परे आ, लेखे तो परे आ, जिहदा लेखा कीता ही नहीं जा सकता, जिसनों आखिया अलेख है अभेख है, जो लेखा तो परे है भेखा तो परे है। उस परमेश्वर नूं चेते कर, वाहिगुरू नूं चेते कर। चेत रे चेत अचेत महापस भेख के कीने अलेख ना पै है। गरीब नवाज साहब कहते भाई लेखा लिया जाता है। बाणी च बहुत बारी महाराज ने ऐसे बचन कहे कि धर्म राय जब लेखा मांगै क्या मुख लैके जाहेगा। जदों बंदिया धर्मराजे ने लेखा मंगिया ना, उदों की मूँह लैके जावेगा। पर लोग पता की कहते, लोग कहते कोई नहीं परलोक हुंदा, कोई नहीं धर्मराजा हुंदा। ते गुरु ग्रंथ साहिब जी की बाणी विच ते अनेकां वारी लिखिया। ये क्यों लिख दिता महाराज साहब जी? ये तो प्रतख लिखिया कि धर्म राय जब लेखा मांगे क्या मुख लैके जाहेगा। कि धर्मराजे ने जदों तेरे तो लेखा मंगिया केड़ा मुँह लैके जावेगा। गरीब नवाज सच्चे पातशाह कहते भाई उत्थे फिर गुरु पीर हामी नहीं भरदा है, क्योंकि जदों गुरु की आग्या ही नहीं मन्नी, गुरु की सिक्ख्या विच ही नहीं चलिया, फिर गुरु पीर ने हामी उत्थे की भरनी जदों गुरु वाला बनिया ही नहीं। गुरु वाला बन तो भाव है जदों गुरु की आग्या विच ही नहीं चलिया। गुरु वाला बन तो भाव गुरु का अमृत छक के जे गुरु की दसी हुई रहत ही नहीं रखी। जे गुरु की सिक्खी नहीं धारण की, तो जे सिक्खी धारण कर लई है तो सिक्खी धारण करके जे दसी हुई रहत ही नहीं रखी, गुरु की आग्या विच ही नहीं चलिया। तां ही महाराज साहब जी ने आख्या ना, सो सिख सखा बंध पै भाई। जे गुर के भाणे विच आवे अपने भाणे जो चले भाई, विछड़ चोटां खावे। ਜਿਹੜਾ अपने भाणे चलदा अपनी मर्जी चलदा, उन्होंने इत्थे भी चोटां खाणियां पैंदियां, लोक विच भी ते परलोक विच भी सट्टां खाणियां पैंदियां। ऐस लोक विच भी वो दुखी हुंदा ते परलोक विच भी उन्होंने दुखी होना पैंदा। ਜਿਹੜਾ गुरु की आग्या नूं छड्ड के अपनी मन मर्जी करदा। मलूका चौधरी सी खडूर साहिब दा साध संगत जी। महाराज साहिब जी दे घर दे नाल उहदी घर सांझी सी। गुरु साहिब जी का घर मल अखाड़ा साहिब खडूर साहिब दे विच, उहदे नाल ही घर सांझी सी मलूके चौधरी दी। खडूर साहिब दा चौधरी सी। वो शराब बड़ी पींदा हुंदा सी, बहुत शराब पींदा सी। ते उहनूं मिर्गी दा दौरा पैन लग पिया मलूके चौधरी नूं। ते वो मिर्गी का दौरा जो पैंदा आपां नूं पता एकदम ही पैंदा है, थोड़े जे समय वास्ते पैंदा हुंदा। मूँह चों झग जी निकल लग पैंदी ते एकदम बंदा थल्ले डिग पैंदा, बेहोशी जी हालत हो जाती है, दंदल जी पै जाती है। उन्होंने मिर्गी का दौरा पै जाता सी। धन श्री गुरु अंगद देव साहब महाराज साहब जी के दर्शन करने वास्ते सिख संगतां आउंदियां मल अखाड़ा साहब अस्थान ते गुरु घर दे विच। ते सतगुरु जी की महिमा बेअंत हुंदी है। अनेकां जीव जिहड़े दुखी रोगी आ उन्हां दे दुख दूर हुंदे, गुरु घर तों तंदुरुस्ती की दात लैके जांदे। ये मलूके चौधरी ने हर रोज़ अपने घर चों वेखना भी संगतां महाराज नूं नमस्कारां करदियां, संगतां दी आवाजाही बनी रहिंदी गुरु घर दे विच। एक दिन ये भी आ गया मलूका चौधरी आके धन श्री गुरु अंगद देव साहब महाराज सच्चे पातशाह के चरणों च
ਖਲੋ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਸੰਗਤਾਂ ਦੂਰੋਂ ਦੂਰੋਂ ਆਪ ਜੀ ਦੀ ਚਰਨ ਸ਼ਰਨ ਵਿੱਚ ਆਉਂਦੀਆਂ ਤੇ ਆਪ ਜੀ ਦੇ ਪਾਸੋਂ ਤੰਦਰੁਸਤੀ ਲੈ ਕੇ ਜਾਂਦੀਆਂ, ਹੋਰ ਬੇਅੰਤ ਬਖਸ਼ਿਸ਼ਾਂ ਲੈ ਕੇ ਜਾਂਦੀਆਂ। ਮੈਂ ਤਾਂ ਆਪ ਜੀ ਦੇ ਘਰ ਦੇ ਨਾਲ ਰਹਿਣਾ ਹਾਂ, ਮੇਰੀ ਕੰਧ ਸਾਂਝੀ ਆਪ ਜੀ ਦੇ ਨਾਲ। ਮੈਨੂੰ ਮਹਾਰਾਜ ਮਿਰਗੀ ਦਾ ਦੌਰਾ ਪੈਂਦਾ ਵਾ, ਮੈਨੂੰ ਵੀ ਤੰਦਰੁਸਤੀ ਦਿਓ। ਤੇ ਸਤਿਗੁਰੂ ਕਹਿੰਦੇ ਭਾਈ ਤੂੰ ਸ਼ਰਾਬ ਪੀਣਾ, ਸ਼ਰਾਬ ਛੱਡ ਦੇ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਰਪਾ ਕਰਨਗੇ, ਤੇਰੀ ਮਿਰਗੀ ਹਟ ਜਾਊਗੀ। ਤੇ ਮਹਾਰਾਜ ਦਾ ਬਚਨ ਮੰਨ ਲਿਆ ਮਲੂਕੇ ਚੌਧਰੀ ਨੇ, ਸ਼ਰਾਬ ਛੱਡ ਦਿੱਤੀ ਇਹਨੇ। ਤੇ ਗੁਰੂ ਸਾਹਿਬ ਜੀ ਦੀ ਐਸੀ ਕਲਾ ਵਰਤੀ ਕਿ ਮਲੂਕੇ ਚੌਧਰੀ ਦੀ ਮਿਰਗੀ ਹਟ ਗਈ, ਮਿਰਗੀ ਦਾ ਦੌਰਾ ਪੈਣੋਂ ਹਟ ਗਿਆ, ਤੰਦਰੁਸਤ ਹੋ ਗਿਆ। ਕਈ ਸਾਲ ਲੰਘ ਗਏ, ਫਿਰ ਮਾੜੀ ਸੰਗਤ ਹੋ ਗਈ, ਕਿਉਂਕਿ ਸੰਗਤ ਦਾ ਅਸਰ ਜੀਵ ਦੇ ਉੱਤੇ ਹੁੰਦਾ ਵਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਅੰਮ੍ਰਿਤ ਬਾਣੀ ਦੇ ਵਿੱਚ ਬੇਅੰਤ ਵਾਰੀ ਐਸੇ ਬਚਨ ਕਹੇ ਆ ਕਿ ਇਹ ਭਾਈ ਚੰਗੀ ਸੰਗਤ ਕਰਿਆ ਕਰ, ਮਾੜੀ ਸੰਗਤ ਤੋਂ ਬਚ ਕੇ ਰਹਿ। ਕਿੰਨੇ ਬਚਨ ਆਉਂਦੇ ਆ, ਮਹਾਰਾਜ ਸਾਹਿਬ ਜੀ ਕਹਿੰਦੇ ਨਾ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਗੁਰੂ ਕੀ ਸੰਗਤ ਤੋਂ, ਗੁਰਸਿੱਖਾਂ ਦੀ ਸੰਗਤ ਤੋਂ, ਗੁਰਮੁਖਾਂ ਦੀ ਸੰਗਤ ਤੋਂ ਬਿਨਾਂ ਜੀਵਨ ਵਿੱਚ ਮੈਲ ਭਰ ਜਾਂਦੀ। ਤੇ ਗੁਰੂ ਕੀ ਸੰਗਤ, ਗੁਰੂ ਕੇ ਸਿੱਖਾਂ ਦੀ ਸੰਗਤ ਜੀਵਨ ਵਿੱਚੋਂ ਮੈਲ ਕੱਢ ਦਿੰਦੀ ਹੈ। ਕਬੀਰ ਸੰਗਤ ਕਰੀਐ ਸਾਧ ਕੀ, ਦਿਨ ਦਿਨ ਦੂਨਾ ਹੇਤ, ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਆਖਿਆ ਸਾਖਤਾ ਦੀ ਸੰਗਤ ਤੋਂ ਤਾਂ ਦੂਰੋਂ ਹੀ ਭੱਜ ਜਾਈਏ, ਕਿਉਂਕਿ ਕਾਲੇ ਭਾਂਡੇ ਦੇ ਨੇੜੇ ਗਿਆ ਦਾਗ ਲੱਗ ਜਾਂਦਾ। ਤੇ ਸਾਧੂਆਂ ਦੀ ਸੰਗਤ ਕੀਤਿਆਂ ਦੂਣਾ ਪਿਆਰ ਵੱਧ ਜਾਂਦਾ ਪਰਮੇਸ਼ਰ ਦੇ ਹਿਰਦੇ ਵਿੱਚ, ਕਿਉਂਕਿ ਉਹਨਾਂ ਦੇ ਆਪਣੇ ਹਿਰਦੇ 'ਚ ਪ੍ਰੇਮ ਹੁੰਦਾ ਹੈ ਪ੍ਰਭੂ ਦਾ। ਜਦੋਂ ਗੁਰੂ ਕੀ ਸੰਗਤ ਕੀਤੀ ਤੇ ਮਲੂਕੇ ਚੌਧਰੀ ਨੇ ਸ਼ਰਾਬ ਛੱਡ ਦਿੱਤੀ, ਤੰਦਰੁਸਤ ਹੋ ਗਿਆ। ਜਦੋਂ ਫੇਰ ਨਾਸਤਕਾਂ ਦੀ ਸਾਖਤਾਂ ਦੀ ਸੰਗਤ ਹੋ ਗਈ ਤੇ ਫਿਰ ਗੁਰੂ ਘਰ ਦੀ ਨਿੰਦਿਆ ਕਰਨ ਵਾਲਾ ਬਣ ਗਿਆ। ਮਹਾਰਾਜ ਸਾਹਿਬ ਜੀ ਦੀ ਸੰਗਤ ਦੀ ਵੀ ਨਿੰਦਿਆ ਕਰਦਾ, ਗੁਰੂ ਕੀ ਵੀ ਨਿੰਦਿਆ ਕਰਨ ਲੱਗ ਪਿਆ। ਤੇ ਉਹ ਕੁਕਰਮੀਆਂ ਨਾਲ ਮਿਲ ਕਰਕੇ ਤੇ ਇੱਕ ਦਿਨ ਮੀਂਹ ਜਿਹਾ ਪੈ ਰਿਹਾ ਸੀ ਤੇ ਇਹਨੇ ਸ਼ਰਾਬ ਪੀ ਲਈ, ਫੇਰ ਸ਼ਰਾਬੀਆਂ ਨਾਲ ਮਿਲ ਕੇ। ਬੂੰਦਾਬਾਂਦੀ ਜੀ ਹੋ ਰਹੀ ਸੀ, ਨਿੱਕੀ ਨਿੱਕੀ ਕਣੀ ਦਾ ਮੀਂਹ ਜਿਹਾ ਪੈਂਦਾ ਸੀ ਤੇ ਕਹਿੰਦਾ ਵੀ ਅੱਜ ਮੌਸਮ ਜਿਹਾ ਬੜਾ ਵਧੀਆ ਤੇ ਅੱਜ ਪੀ ਨਾ ਲਈਏ। ਤੇ ਉਹ ਜਿਹੜੇ ਪੀਣ ਵਾਲੇ ਸੀ ਉਹਨਾਂ ਨਾਲ ਮਿਲ ਕੇ ਇਹਨੇ ਸ਼ਰਾਬ ਪੀ ਲਈ ਤੇ ਘਰ ਦੀ ਉਹ ਕੰਧ ਸਾਂਝੀ ਸੀ ਤੇ ਉੱਤੇ ਚੜ ਗਿਆ ਚੁਬਾਰੇ ਤੇ, ਆਪਣੇ ਤੇ ਚੁਬਾਰਾ ਸੀ ਇਹਦਾ। ਉੱਤੋਂ ਉਹ ਬਾਰੀ ਜੀ ਖੋਲ ਕੇ ਤੇ ਮਹਾਰਾਜ ਸਾਹਿਬ ਜੀ ਦੇ ਘਰ ਵੱਲ ਨੂੰ ਵੇਖ ਕੇ ਸਾਹਮਣੇ ਵੇਖਿਆ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦਿਸੇ ਤੇ ਆਵਾਜ਼ ਮਾਰ ਕੇ ਨਾ ਬਾਰੀ ਥਾਣੀ ਕਹਿੰਦਾ, ਤਪਾ ਜੀ ਅੱਜ ਮੌਸਮ ਜਿਹਾ ਬੜਾ ਵਧੀਆ ਬਣਿਆ ਸੀ ਤੇ ਅੱਜ ਮੈਂ ਪੀ ਲਈ ਜੇ, ਅੱਜ ਮੈਂ ਲਾ ਲਈ ਆ। ਪੀਣ ਵਾਲੇ ਕਹਿੰਦੇ ਨਾ ਲਾ ਲਈ ਆ ਛਿੱਟ, ਉਹ ਕਹਿੰਦਾ ਅੱਜ ਮੈਂ ਲਾ ਲਈ, ਅੱਜ ਮੈਂ ਪੀ ਲਈ ਆ। ਤੇ ਗੁਰੂ ਸਾਹਿਬ ਜੀ ਨੇ ਉੱਥੇ ਥੱਲੇ ਖਲੋਤਿਆਂ ਬਚਨ ਕੀਤਾ ਵੀ ਜੇ ਤੂੰ ਪੀ ਲਈ ਆ ਤੇ ਮਿਰਗੀ ਵੀ ਬਚਨਾਂ ਦੀ ਬੰਨੀ ਖਲੋਤੀ ਸੀ, ਮਿਰਗੀ ਵੀ ਆ ਗਈ ਆ। ਕਿ ਜੇ ਤੂੰ ਛੱਡੀ ਸੀ ਤੇ ਮਿਰਗੀ ਹਟੀ ਸੀ ਤੇ ਫਿਰ ਹੁਣ ਪੀ ਲਈ ਆ ਤੇ ਮਿਰਗੀ ਵੀ ਆਈ। ਜਦੋਂ ਇਸ ਤਰ੍ਹਾਂ ਕਹਿ ਰਿਹਾ ਸੀ, ਥੋੜਾ ਹੀ ਸਮਾਂ ਹੋਇਆ ਉੱਤੇ ਤੁਰਿਆ ਫਿਰਦਾ ਸੀ ਚੁਬਾਰੇ ਤੇ ਵਿਹੜੇ ਦੇ ਵਿੱਚ, ਮਿਰਗੀ ਦਾ ਐਸਾ ਦੌਰਾ ਪਿਆ ਤੇ ਉੱਤੋਂ ਥੱਲੇ ਡਿੱਗ ਪਿਆ, ਡਿੱਗਦੇ ਸਾਰੀ ਮੌਤ ਹੋ ਗਈ। ਜੇ ਗੁਰੂ ਸਾਹਿਬ ਦਾ ਬਚਨ ਮੰਨਿਆ ਤੇ ਤੰਦਰੁਸਤੀ ਆ, ਸੁੱਖ ਹੈ। ਜੇ ਮਹਾਰਾਜ ਸਾਹਿਬ ਜੀ ਦਾ ਬਚਨ ਤਿਆਗਿਆ ਤੇ ਫਿਰ ਇੱਥੇ ਵੀ ਸੱਟਾਂ ਖਾਣੀਆਂ ਪੈਂਦੀਆਂ ਤੇ ਅੱਗੇ ਵੀ ਧੱਕੇ ਖਾਣੇ ਪੈਂਦੇ ਨਰਕਾਂ ਦੇ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਹਨਾਂ ਦੀ ਰੱਖਿਆ ਸਹਾਇਤਾ ਕਰਦੇ ਜਿਹੜੇ ਮਹਾਰਾਜ ਸਾਹਿਬ ਜੀ ਦੇ ਬਣ ਜਾਂਦੇ, ਜਿਹੜੇ ਇੱਕ ਕਦਮ ਗੁਰੂ ਸਾਹਿਬ ਵੱਲ ਪੁੱਟਦੇ ਆ। ਸਤਿਗੁਰੂ ਕਰੋੜਾਂ ਕਦਮ ਪੁੱਟਦੇ, ਪਰ ਇੱਕ ਸਿੱਖ ਨੂੰ ਵੀ ਪੁੱਟਣਾ ਪੈਣਾ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ।
ਕੋਟ ਪੈਂਡਾ ਤਾਂ ਕਰੋੜਾਂ ਕਦਮ ਅੱਗੋਂ ਹੋ ਕੇ ਲੈਣਗੇ ਜੇ ਇੱਕ ਕਦਮ ਸਿੱਖ ਵੀ ਪੁੱਟੇਗਾ। ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਇਤਿਹਾਸ ਵਿੱਚ ਐਸੇ ਕਈ ਬਚਨ ਹਨ। ਸਾਧ ਸੰਗਤ ਜੀ, ਭਾਈ ਦਾਨਾ ਹੋਇਆ ਮਾਲਵੇ ਦਾ, ਦਸਮ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਤੇ ਗਰੀਬ ਨਿਵਾਜ ਨੇ ਆਖਿਆ, ਭਾਈ ਦਾਨਿਆ ਤੂੰ ਦੋ ਕੁਕਰਮ ਕਰਦਾ, ਇੱਕ ਕੇਸ ਕਟਾਉਣਾ ਹੈ ਤੇ ਇੱਕ ਤੰਬਾਕੂ ਖਾਣਾ। ਇਹ ਸਿਰ ਦੇ ਕੇਸ ਕਟਾਉਂਦਾ ਸੀ ਤੇ ਦਾੜੀ ਮੁੱਛਾਂ ਰੱਖੀਆਂ ਹੋਈਆਂ ਸੀ, ਇਸ ਨੇ ਸਿਰ ਦੇ ਕੇਸ ਕਟਾਉਂਦਾ ਸੀ। ਇਹਨੇ ਕਿਹਾ, ਮਹਾਰਾਜ ਮੈਂ ਸਿਰ ਦੇ ਕੇਸ ਤਾਂ ਕਟਾਉਣਾ ਵਾ, ਮੇਰੇ ਉੱਲਾਂ ਪੈਂਦੀਆਂ, ਮੇਰੀਆਂ ਪੁੜਪੜੀਆਂ ਦੁਖਣ ਲੱਗ ਪੈਂਦੀਆਂ, ਸਿਰ ਦੁਖਦਾ। ਤੰਬਾਕੂ ਮੈਂ ਤਾਂ ਖਾਣਾ, ਮੈਨੂੰ ਵੈਦ ਨੇ ਦੱਸਿਆ ਵਾ ਮੈਨੂੰ ਫਰੇਮਾ ਹੋ ਜਾਂਦਾ, ਤੇ ਮੈਂ ਤੰਬਾਕੂ ਖਾ ਲਵਾਂ ਤੇ ਫਰੇਮਾ ਹਟ ਜਾਂਦਾ। ਕਲਗੀਧਰ ਪਾਤਸ਼ਾਹ ਨੇ ਆਖਿਆ ਵੀ ਉਹ ਵੀ ਚੰਗਾ ਵੈਦ ਜਿਹੜਾ ਤੈਨੂੰ ਤੰਬਾਕੂ ਖਵਾ ਕੇ ਤੇ ਤੇਰੀਆਂ ਜੜ੍ਹਾਂ ਪੁੱਟਣ ਲੱਗਾ ਹੈ। ਜੇ ਤੂੰ ਗੁਰੂ ਕੀ ਸਿੱਖੀ ਧਾਰਨ ਕਰੇਗਾ ਤੇ ਗੁਰੂ ਤੇ ਜੰਮਣਾ ਮਰਨਾ ਕੱਟ ਦਿੰਦਾ ਵਾ, ਤੇਰਾ ਫਰੇਮਾ ਨਾ ਢਾਵੇਗਾ, ਤੇਰਾ ਸਿਰ ਦੁਖਣੋਂ ਨਾ ਢਾਵੇਗਾ। ਇਹਨੇ ਫਿਰ ਇਹਦਾ ਮਖੌਲੀਆ ਜਿਹਾ ਸੁਭਾਅ ਸੀ, ਕਹਿਣ ਲੱਗਾ, ਮਹਾਰਾਜ ਇਹ ਕੇਸ ਕਿਹੜਾ ਪ੍ਰਲੋਕ ਚ ਨਾਲ ਜਾਂਦੇ ਆ, ਇੱਥੇ ਸੰਸਕਾਰ ਹੁੰਦਾ ਤੇ ਵਿੱਚ ਸੜ ਜਾਂਦੇ, ਇਹਨਾਂ ਦੇ ਰੱਖਣ ਦੀ ਕੀ ਲੋੜ। ਸੰਸਕਾਰ ਹੁੰਦਾ ਤੇ ਵਿੱਚ ਸੜ ਹੀ ਜਾਂਦਾ, ਹੱਡੀਆਂ ਵੀ ਸੜ ਜਾਂਦੀਆਂ, ਸਰੀਰ ਚੱਲ ਜਾਂਦਾ, ਹੱਡੀਆਂ ਇੰਜ ਸੜ ਜਾਂਦੀਆਂ ਜਿਵੇਂ ਲੱਕੜਾਂ ਸੜਦੀਆਂ, ਤੇ ਕੇਸ ਇਸ ਤਰ੍ਹਾਂ ਸੜ ਜਾਂਦੇ ਜਿਵੇਂ ਘਾਹ ਸੜਦਾ। ਇਹ ਕਿਹੜਾ ਨਾਲ ਜਾਣੇ। ਮਹਾਰਾਜ ਕਹਿੰਦੇ, ਵਿਖਾਈਏ ਨਾਲ ਜਾਂਦੇ ਕਿ ਨਹੀਂ ਜਾਂਦੇ। ਕਹਿੰਦਾ, ਜੀ ਜੇ ਵਿਖਾ ਦੋਗੇ ਫਿਰ ਤੇ ਪੱਕਾ ਨਿਸ਼ਚਾ ਹੋ ਜਾਵੇਗਾ। ਤੀਰ ਫੜਿਆ ਹੋਇਆ ਮਹਾਰਾਜ ਦੇ ਹੱਥ ਦੇ ਵਿੱਚ ਤੇ ਇਹਦੇ ਸਿਰ ਤੇ ਰੱਖ ਦਿੱਤਾ, ਦਾਨੇ ਦੇ ਸਿਰ ਤੇ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਨੇਤਰ ਮੀਟ, ਅੱਖਾਂ ਮੀਟੀਆਂ, ਪਰਲੋਕ ਦੀ ਹਾਲਤ ਵਿਖਾ ਦਿੱਤੀ। ਬਿਨ ਕੇਸਾਂ ਸਿਰ ਪੁੱਟੀਆਂ, ਚਿੰਗਾਰੈ ਕੌਣ ਛੁਡਾਏ ਹੈ। ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਹੈ, ਜਮਦੂਤ ਉਹਨਾਂ ਦੇ ਸਿਰਾਂ ਵਿੱਚ ਡੰਡੇ ਮਾਰਦੇ ਪਏ, ਕੁੱਟ ਪੈਂਦੀ ਹੈ, ਚੀਕਾਂ ਮਾਰਦੇ ਆ। ਫਿਰ ਉੱਥੇ ਕੌਣ ਛੁਡਾਵੇ? ਕੋਈ ਨਹੀਂ ਛੁਡਾਉਂਦਾ। ਗੁਰੂ ਸਾਹਿਬ ਜੀ ਹਾਮੀ ਨਹੀਂ ਭਰਦੇ ਉੱਥੇ। ਜਿਵੇਂ ਬਚਨ ਆਉਂਦਾ ਹੈ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਤਾਂ ਹਾਮੀ ਭਰਦੇ ਆ ਜੇ ਗੁਰੂ ਕੀ ਆਗਿਆ ਵਿੱਚ ਕੋਈ ਚੱਲਦਾ ਹੈ। ਇਹ ਵੀ ਗੁਰੂ ਕੀ ਆਗਿਆ ਹੈ ਵੀ ਪਰਾਇਆ ਹੱਕ ਨਹੀਂ ਖਾਣਾ, ਮੁਰਦਾਰ ਨਹੀਂ ਖਾਣਾ, ਤੇ ਸਾਬਤ ਸੂਰਤ ਰੱਖਣਾ। ਇਹ ਵੀ ਗੁਰੂ ਕੀ ਆਗਿਆ ਹੈ। ਜਿਹੜਾ ਸਾਬਤ ਸੂਰਤ ਨੂੰ ਵਿਗਾੜਦਾ ਹੈ ਫਿਰ ਉਹਦੀ ਵੀ ਹਾਮੀ ਨਹੀਂ ਭਰਦੇ, ਗੁਰੂ ਪੀਰ ਨਹੀਂ ਛਡਾਉਂਦੇ। ਜਦੋਂ ਉੱਥੇ ਮਾਰ ਪੈਂਦੀ ਵੇਖੀ ਤੇ ਬੜਾ ਡਰਿਆ, ਤਰੇਲੀਆਂ ਆ ਗਈਆਂ, ਲੱਤਾਂ ਕੰਬਣ ਲੱਗ ਪਈਆਂ। ਮਹਾਰਾਜ ਨੇ ਤੀਰ ਚੁੱਕਿਆ, ਆਖਿਆ, ਦਾਨਿਆ ਨੇਤਰ ਖੋਲ। ਨੇਤਰ ਖੋਲੇ, ਉਸੇ ਵੇਲੇ ਝੱਟ ਹੀ ਦਸਮ ਪਾਤਸ਼ਾਹ ਦੇ ਚਰਨ ਫੜ ਲਏ। ਆਖਿਆ, ਮਹਾਰਾਜ ਬਹੁਤ ਜ਼ਿਆਦੀ ਮਾਰ ਪੈਂਦੀ ਪਰਲੋਕ ਦੇ ਵਿੱਚ, ਮੇਰੇ ਤੋਂ ਤਾਂ ਨਹੀਂ ਝੱਲੀ ਜਾਵੇਗੀ। ਮੈਂ ਮਹਾਰਾਜ ਅੱਜ ਤੋਂ ਹੀ ਤੰਬਾਕੂ ਛੱਡਿਆ, ਅੱਜ ਤੋਂ ਹੀ ਮਹਾਰਾਜ ਮੈਂ ਸਾਬਤ ਸੂਰਤ ਹੋਇਆ, ਕੇਸ ਰੱਖੇ ਨਹੀਂ ਕਟਾਵਾਂਗਾ, ਕੇਸ ਨਹੀਂ ਬੇਅਦਬੀ ਕਰਾਂਗਾ, ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਫਿਰ ਪੰਜਾਂ ਪਿਆਰਿਆਂ ਦੇ ਰਾਹੀਂ ਅੰਮ੍ਰਿਤ ਛਕਾ ਕੇ ਭਾਈ ਦਾਨ ਸਿੰਘ ਨਾਮ ਰੱਖਿਆ, ਮਹਾਰਾਜ ਬਖਸ਼ਿਸ਼ ਕੀਤੀ। ਤੋ ਇੱਥੇ ਗੁਰੂ ਘਰ ਦੇ ਰਬਾਬੀ ਕਹਿ ਰਿਹਾ, ਸਤਿਗੁਰੇ ਆਖੈ ਸੱਚਾ ਕਰੇ, ਸਾ ਬਾਤ ਹੋਵੇ ਦਰਹਾਲੀ। ਜੋ ਸਤਿਗੁਰੂ ਜੀ ਆਖ ਦਿੰਦੇ ਆ ਨਾ ਜੋ ਧਰਮ ਰਾਜਾ ਨੂੰ, ਫਿਰ ਉਸ ਸਿੱਖ ਨੂੰ ਉਹ ਧਰਮ ਰਾਜਾ ਸੱਚਾ ਕਰ ਲੈਂਦਾ। ਤੇ ਸਤਿਗੁਰੂ ਆਖਦੇ ਉਸੇ ਸਿੱਖ ਵਾਸਤੇ ਹੀ ਆ ਜਿਹੜਾ ਸਿੱਖ ਗੁਰੂ ਸਾਹਿਬ ਜੀ ਦੀ ਸਿੱਖੀ ਕਮਾਉਂਦਾ ਰਿਹਾ, ਗੁਰੂ ਕੀ ਆਗਿਆ ਵਿੱਚ ਰਿਹਾ। ਜਿਹੜਾ ਗੁਰੂ ਕੀ ਆਗਿਆ ਵਿੱਚ ਨਹੀਂ ਰਿਹਾ, ਉਹਦੀ ਹਾਮੀ ਗੁਰੂ ਸਾਹਿਬ ਵੀ ਨਹੀਂ ਭਰਦੇ। ਸਾ ਬਾਤ ਹੋਵੇ ਦਰਹਾਲੀ, ਉਹ ਧਰਮ ਰਾਜਾ ਦੇ ਕੋਲੇ ਵੀ ਉਸੇ ਵੇਲੇ ਗੱਲਬਾਤ ਹੋ ਜਾਂਦੀ ਹੈ। ਮਹਾਰਾਜ ਦੀ ਬੋਲੀ ਹੋਈ ਆਗਿਆ, ਬੋਲਿਆ ਹੋਇਆ ਬਚਨ ਉਸੇ ਵਕਤ ਧਰਮ ਰਾਜਾ ਵੀ ਮੰਨਦਾ ਹੈ। ਗੁਰ ਅੰਗਦ ਕੀ ਦੁਖੀ ਫਿਰੀ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਜਸ ਦੀ ਦੁਹਾਈ ਫੈਲ ਗਈ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਫੇਰ ਦਿੱਤੀ ਹੈ। ਸੱਚ ਕਰਤੈ ਬੰਦ ਬਹਾਲੀ। ਕਹਿੰਦੇ ਵੀ ਸੱਚੀ ਦੁਹਾਈ, ਸੱਚੀ ਜਸ ਰੂਪੀ ਇਹ ਮਹਿਮਾ, ਸੱਚੀ ਵਡਿਆਈ ਇਹ ਕਰਤੇ ਪੁਰਖ ਨੇ, ਕਰਤੇ ਪੁਰਖ ਦਾ ਸਰੂਪ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਜੋ ਜਸ ਰੂਪੀ ਦੁਹਾਈ ਹੈ ਨਾ, ਇਹ ਬੰਦ ਬਹਾਲੀ ਮਰਿਆਦਾ ਦੇ ਵਿੱਚ ਬੰਨ ਕਰਕੇ ਬਹਾਲੀ ਸਥਿਤ ਕਰ ਦਿੱਤੀ ਹੈ, ਬਹਾਲ ਕਰ ਦਿੱਤੀ ਹੈ।
ਗੁਰੂ ਸਾਹਿਬ ਜੀ ਦੀ ਜੋ ਮਹਿਮਾ ਹੈ, ਜੋ ਜਸ ਹੈ, ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਾਇਮ ਕਰ ਦਿੱਤਾ ਹੈ। ਨਾਨਕ ਕਾਇਆ ਪਲਟ ਕਰ। ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਾਇਆ ਪਲਟੀ ਹੈ। ਕਾਇਆ ਨਾਮ ਹੈ ਸਰੀਰ ਦਾ, ਸਾਧ ਸੰਗਤ ਜੀ। ਸਰੀਰ ਹੀ ਪਲਟਿਆ ਹੈ। ਜੋਤ ਆਪਣੀ ਉਹੋ ਹੀ ਜੋ ਪਰਮੇਸ਼ਰ ਦੀ ਜੋਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਪ੍ਰਕਾਸ਼ਮਾਨ ਹੋ ਰਹੀ ਹੈ, ਉਹ ਹੁਣ ਦੂਸਰੇ ਸਰੀਰ ਦੇ ਵਿੱਚ, ਦੂਸਰੇ ਜਾਮੇ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਰੂਪ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਸਰੀਰ ਪਲਟ ਲਿਆ ਹੈ। ਜੋਤ ਉਹੀ ਹੈ, ਦੂਸਰੇ ਸਰੂਪ ਵਿੱਚ ਟਿਕਾ ਦਿੱਤੀ ਹੈ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਵਿੱਚ ਕਰਤਾਰਪੁਰੇ ਜਗ ਰਾਈ, ਸ੍ਰੀ ਅੰਗਦ ਕੋ ਦੀਨ ਬਡਾਈ। ਆਪਣੇ ਕੀਨ ਸੱਚ ਖੰਡ ਭਿਆਨਾ, ਜੋਤ ਰੂਪ ਬਿਬ ਧਨ ਪਲਟਾਨਾ। ਜੋਤੀ ਸਰੂਪ ਨੇ ਦੂਸਰਾ ਸਰੀਰ ਹੀ ਬਦਲਿਆ ਹੈ। ਜੋਤ ਉਹੀ ਹੈ, ਜੁਗਤ ਉਹੀ ਹੈ। ਨਾਨਕ ਕਾਇਆ ਪਲਟ ਕਰ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸਰੀਰ ਬਦਲ ਕਰਕੇ ਦੂਸਰਾ ਜਾਮਾ ਧਾਰਨ ਕਰਕੇ ਮਲ ਤਖਤ ਬੈਠਾ ਸਹਿ ਡਾਲੀ। ਜੋ ਸੈਂਕੜੇ ਡਾਲੀਆਂ ਵਾਲਾ, ਸੈਂਕੜੇ ਸਿੱਖਾਂ ਸੇਵਕਾਂ ਰੂਪੀ ਟਾਹਣੀਆਂ ਵਾਲਾ ਤਖਤ ਹੈ ਨਾ, ਜਿਸ ਤਖਤ ਨੂੰ ਸੈਂਕੜੇ ਗੁਰਸਿੱਖ ਨਮਸਕਾਰਾਂ ਕਰਦੇ ਆ, ਉਹ ਤਖਤ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਗੁਰਤਾ ਗੱਦੀ ਦਾ ਤਖਤ। ਉਹ ਸੈਂਕੜੇ ਡਾਲੀਆਂ ਵਾਲਾ ਜੋ ਤਖਤ ਹੈ, ਉਹ ਹੁਣ ਦੂਸਰੇ ਜਾਮੇ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਰੂਪ ਹੋ ਕਰਕੇ ਮੱਲ ਤਖਤ ਬੈਠਾ। ਤਖਤ ਨੂੰ ਮੱਲ ਕੇ ਬੈਠ ਗਏ ਆ ਸਤਿਗੁਰੂ ਜੀ। ਮੱਲ ਤਖਤ ਬੈਠਾ ਸੈ ਡਾਲੀ, ਸੈਂਕੜੇ ਡਾਲੀਆਂ ਵਾਲਾ ਜੋ ਤਖਤ ਹੈ, ਜੋ ਸਿੱਖਾਂ ਸੇਵਕਾਂ ਰੂਪੀ ਇਹ ਟਾਹਣੀਆਂ ਹਨ ਦਰਖਤ ਦੀਆਂ, ਤੇ ਦਰਖਤ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਸਿੱਖਾਂ ਦਾ ਮੁੱਢ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਇਸੇ ਹੀ ਇਹ ਦਰਖਤ ਦੇ ਵਿੱਚੋਂ ਇਹ ਸ਼ਾਖਾ, ਇਹ ਡਾਲੀਆਂ ਸਿੱਖਾਂ ਸੰਗਤਾਂ ਰੂਪੀ ਫੁੱਟੀਆਂ ਹਨ। ਇਹ ਸੰਗਤ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੈਦਾ ਕੀਤੀ ਹੈ। ਸੈਂਕੜੇ ਡਾਲੀਆਂ ਵਾਲਾ, ਸੈਂਕੜੇ ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਸੰਗਤ ਜਿਸ ਤਖਤ ਨੂੰ ਨਮਸਕਾਰਾਂ ਕਰਦੀ ਹੈ, ਉਸ ਤਖਤ ਨੂੰ ਮੱਲ ਕੇ ਬੈਠ ਗਏ ਆ ਸ੍ਰੀ ਗੁਰੂ ਅੰਗਦ ਦੇਵ ਸਾਹਿਬ। ਭਾਵ ਤਖਤ ਦੇ ਮਾਲਕ ਬਣ ਗਏ, ਗੁਰਤਾ ਗੱਦੀ ਦੇ ਮਾਲਕ ਬਣ ਗਏ। ਦਰ ਸੇਵੇ ਉਮਤ ਖੜੀ। ਦਰ ਸੇਵੇ ਉਮਤ ਖੜੀ, ਇਹ ਇਸਲਾਮੀ ਬੋਲੀ ਦਾ ਸ਼ਬਦ ਹੈ। ਉਮਤ ਕਹਿੰਦੇ ਆ, ਜਿਵੇਂ ਮੁਹੰਮਦ ਸਾਹਿਬ ਨੂੰ ਜਿੰਨੇ ਮੰਨਣ ਵਾਲੇ ਨਾ, ਉਹਨਾਂ ਦੀ ਜਿੰਨੀ ਸੰਗਤ, ਉਹਨਾਂ ਨੂੰ ਉਮਤ ਕਿਹਾ ਜਾਂਦਾ। ਇੱਥੇ ਉਮਤ ਤੋਂ ਭਾਵ ਹੈ ਸੰਗਤ। ਜਿੰਨੇ ਸਿੱਖਾਂ ਸੇਵਕਾਂ ਰੂਪੀ ਸੰਗਤ ਹੈ, ਉਹ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਦਰ ਤੇ ਖਲੋਤੀ ਹੋਈ, ਦਰਬਾਰ ਵਿੱਚ ਖਲੋਤੀ ਹੋਈ ਸੇਵਾ ਕਰ ਰਹੀ ਹੈ। ਤਿਆਰ ਬਰ ਤਿਆਰ ਗੁਰਸਿੱਖ ਹੋ ਕਰਕੇ ਸਾਵਧਾਨੀ ਦੇ ਨਾਲ ਖਲੋਤੇ ਹੋਏ ਸੇਵਾ ਕਰ ਰਹੇ ਹਨ, ਤੇ ਸਤਿਗੁਰੂ ਜੀ ਦੇ ਦਰ ਦਰਵਾਜ਼ੇ ਤੇ ਖਲੋਤੇ ਹੋਏ ਨਮਸਕਾਰਾਂ ਕਰ ਰਹੇ ਹਨ। ਦਰ ਸੇਵੇ ਉਮਤ ਖੜੀ। ਸੰਗਤਾਂ ਰੂਪੀ ਜੋ ਉਮਤ ਹੈ, ਇਹ ਗੁਰੂ ਕੀ ਸੰਗਤ, ਗੁਰੂ ਕੇ ਸਿੱਖ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਨ। ਮਸਕਲੇ ਹੋਏ ਜੰਗਾਲੀ। ਮਸਕੱਲੇ ਹੋਏ ਜੰਗਾਲੀ। ਮਸਕੱਲਾ ਨਾਮ ਹੈ, ਜਿਵੇਂ ਲੋਹੇ ਦੇ ਉੱਤੇ ਜੰਗਾਲ ਪੈ ਜਾਵੇ ਤੇ ਉਹ ਰੇਗ ਜਿਹੜਾ ਮਾਰੀ ਦਾ ਇਹ ਜੰਗਾਲ ਲਾਉਣ ਵਾਸਤੇ, ਉਹਨੂੰ ਮਸਕੱਲਾ ਕਿਹਾ ਜਾਂਦਾ ਹੈ। ਮਸਕੱਲਾ ਕਰਨਾ, ਉਤੋਂ ਰਗੜ ਕੇ ਜੰਗਾਲ ਲਾਉਣਾ। ਤੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਵੀ ਜਿਹੜਾ ਵਕਾਰਾਂ ਰੂਪੀ, ਪਾਪਾਂ ਰੂਪੀ ਜੰਗਾਲ ਲੱਗਾ ਹੋਇਆ ਸੀ ਨਾ ਜੀਵਾਂ ਦੇ ਹਿਰਦਿਆਂ ਨੂੰ, ਕਈਆਂ ਜਨਮਾਂ ਦਾ ਜੰਗਾਲ ਲੱਗਾ ਹੋਇਆ ਸੀ, ਵਕਾਰਾਂ ਰੂਪੀ, ਪਾਪਾਂ ਰੂਪੀ, ਕਈਆਂ ਜਨਮਾਂ ਦੀ ਮੈਲ ਲੱਗੀ ਹੋਈ ਸੀ ਮਨਾਂ ਨੂੰ। ਉਹ ਜੰਗਾਲੇ ਹੋਏ ਜੀਵਨ ਜਦੋਂ ਗੁਰੂ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆਏ, ਜਦੋਂ ਸੇਵਾ ਕੀਤੀ ਤੇ ਸੇਵਾ ਕੀਤੀ, ਭਾਂਡੇ ਮਾਂਜੇ, ਝਾੜੂ ਫੇਰੇ, ਦਰੀਆਂ ਝਾੜੀਆਂ, ਤੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਪੜ੍ਹੀ, ਗੁਰੂ ਕਾ ਦਿੱਤਾ ਹੋਇਆ ਉਪਦੇਸ਼ ਧਾਰਨ ਕੀਤਾ, ਗੁਰ ਮੰਤਰ ਮੂਲ ਮੰਤਰ ਦਾ ਅਭਿਆਸ ਕੀਤਾ। ਇਹ ਸੇਵਾ ਤੇ ਸਿਮਰਨ ਜਦੋਂ ਸੰਗਤ ਨੇ ਕੀਤੇ, ਆਉਣ ਵਾਲਿਆਂ ਨੇ ਸੇਵਾ ਸਿਮਰਨ ਕੀਤਾ, ਤੇ ਜਿਹੜੇ ਹਿਰਦਿਆਂ ਨੂੰ ਜੰਗਾਲ ਲੱਗਾ ਹੋਇਆ ਸੀ, ਫਿਰ ਉਹਦਾ ਮਸਕੱਲਾ ਹੋਇਆ, ਮਾਂਜਣਾ ਹੋ ਗਿਆ। ਹਿਰਦੇ ਮਾਂਜੇ ਗਏ, ਸਾਫ਼ ਹੋ ਗਏ। ਭਾਂਡਿਆਂ ਨੂੰ ਮਾਂਜਣਾ ਕੀ ਹੈ, ਝਾੜੂ ਨੂੰ ਫੇਰਨਾ ਕੀ ਹੈ? ਇਹ ਸਾਧ ਸੰਗਤ ਜੀ ਆਪਣੇ ਆਪ ਨੂੰ ਮਾਂਜਣਾ ਹੀ ਹੈ। ਗੁਰੂ ਕੇ ਦਰ ਤੇ ਆ ਕੇ ਭਾਂਡੇ ਮਾਂਜਣੇ, ਆਪਣੀ ਜਨਮਾਂ ਜਨਮਾਤਰਾਂ ਦੀ ਮੈਲ ਮਾਂਜਣੀ ਹੈ, ਮੈਲ ਲਾਉਣੀ ਹੈ।
ਜਿਹੜਾ ਗੁਰੂ ਕੀ ਸੇਵਾ ਕਰਦਾ ਹੈ ਉਹ ਆਪਣੇ ਅੰਦਰ ਦਾ ਗੁਰੂ ਘਰੇ ਝਾੜੂ ਫੇਰਦਾ ਹੈ, ਉਹ ਆਪਣੇ ਅੰਦਰ ਦਾ ਹੀ ਕੂੜਾ ਕਰਕਟ ਸਾਫ਼ ਕਰਦਾ ਹੈ। ਸਤਿਗੁਰਾਂ ਦੀ ਸੇਵਾ ਜਨਮਾਂ ਜਨਮਾਤਰਾਂ ਦੀ ਮੈਲ ਲਾ ਦਿੰਦੀ ਹੈ ਜੋ ਇਸ ਮਨ ਨੂੰ ਲੱਗੀ ਹੋਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੇ, ਕਾਲਾ ਹੋਆ ਸਿਆਹੋ ਖੰਨਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾਹੋ। ਇਹ ਬਹੁਤਾ ਮੈਲਾ ਹੋਇਆ ਜਿਹੜਾ ਮਨ ਹੈ, ਜਦੋਂ ਗੁਰੂ ਕੀ ਸੇਵਾ ਕੀਤੀ ਜਾ ਰਹੀ ਹੈ ਤੇ ਕਹਿੰਦੇ ਵੀ ਇਹ ਜੰਗਾਲੀ ਹੋਈ ਜਿਹੜੀ ਬਿਰਤੀ ਸੀ ਨਾ, ਜੰਗਾਲੀ ਹੋਈ, ਜੰਗਾਲ ਦੇ ਨਾਲ ਮੈਲੀ ਹੋਈ, ਪਾਪਾਂ ਰੂਪੀ ਜੰਗਾਲ ਦੇ ਨਾਲ ਬਿਰਤੀ ਸੁਰਤੀ ਬੁੱਧੀ ਉਹਦਾ ਮਸਕੱਲਾ ਹੋ ਰਿਹਾ, ਉਹ ਮਾਂਜਣਾ ਹੋ ਰਿਹਾ, ਸੁੱਧ ਹੋ ਰਹੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਨ ਖਸਮ ਕਹੀਏ ਮਾਲਕ, ਸੁਆਮੀ, ਗਰੀਬ ਨਵਾਜ। ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਾਲਕ ਦੇ ਦਰ ਦੇ ਦਰਵੇਸ਼ ਹਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਦਰਵੇਸ਼ ਹੈ ਜੋ ਦਰਵਾਜ਼ੇ ਤੇ ਖਲੋਤਾ ਹੋਇਆ, ਜਿਹੜਾ ਟਿਕ ਗਿਆ ਦਰਵਾਜ਼ੇ ਦੇ ਉੱਤੇ। ਹੋਰ ਕਿਸੇ ਦੀ ਆਸ ਹੀ ਨਹੀਂ ਹੈ, ਬਾਕੀ ਆਸਾਂ ਸਾਰੀਆਂ ਲਾ ਹੀ ਦਿੱਤੀਆਂ। ਬਸ ਇੱਕੋ ਗੁਰੂ ਦੇ ਦਰ ਦੀ, ਇੱਕੋ ਪਰਮੇਸ਼ਰ ਦੇ ਦਰ ਦੀ ਆਸ ਹੀ ਉਹਨੂੰ ਦਰਵੇਸ਼ ਆਖਿਆ ਜਾਂਦਾ ਹੈ। ਉਂਝ ਦਰਵੇਸ਼ੀ ਦੀ ਬੜੀ ਵੱਡੀ ਵਿਆਖਿਆ ਗੁਰਬਾਣੀ ਵਿੱਚ ਕੀਤੀ ਹੈ। ਮਹਾਰਾਜ ਸਾਹਿਬ ਕਹਿੰਦੇ ਕਿ ਜਿਸ ਨੂੰ ਕੋਈ ਸੰਸਾਰੀ ਪਦਾਰਥ ਦੀ ਖਾਹਸ਼ ਹੀ ਨਹੀਂ ਰਹਿ ਗਈ ਹੈ, ਕੋਈ ਇੱਛਾ ਹੀ ਨਹੀਂ ਰਹਿ ਗਈ ਹੈ, ਜੋ ਰਸਾਂ ਕਸਾਂ ਤੋਂ ਉੱਪਰ ਉੱਠ ਗਿਆ ਹੈ, ਉਹਨੂੰ ਦਰਵੇਸ਼ ਆਖਿਆ ਹੈ। ਤੇ ਜਿਸ ਦਾ ਜੀਵਨ ਰੁੱਖ ਵਰਗਾ ਬਣ ਜਾਂਦਾ ਹੈ, ਜਿਸ ਦਾ ਜਿਗਰਾ, ਜਿਸ ਦੇ ਸਹਾਰਨ ਬਿਰਤੀ ਰੁੱਖ ਵਰਗੀ ਬਣ ਜਾਂਦੀ ਹੈ। ਜਿਵੇਂ ਰੁੱਖ ਧੁੱਪ ਵੀ ਸਹਾਰਦਾ ਹੈ, ਛਾਂ ਵੀ ਸਹਾਰਦਾ ਹੈ, ਮੀਂਹ ਹਨੇਰੀਆਂ ਵੀ ਚੱਲਦਾ ਹੈ, ਸਰਦੀ ਗਰਮੀ ਵੀ ਸਹਾਰਦਾ ਹੈ, ਵੱਟੇ ਵੀ ਸਹਾਰਦਾ ਹੈ। ਤੇ ਫਿਰ ਆਪਣਾ ਸਾਰਾ ਕੋਈ ਦੂਸਰਿਆਂ ਵਾਸਤੇ ਹੀ ਉਹਦਾ ਹੁੰਦਾ ਹੈ। ਰੁੱਖ ਆਪਣੇ ਫਲ ਆਪ ਨਹੀਂ ਖਾਂਦਾ, ਦੂਜੇ ਖਾਂਦੇ। ਰੁੱਖ ਆਪਣੀ ਛਾਂ ਆਪਣੀ ਮਾਣਦਾ, ਦੂਜੇ ਮਾਣਦੇ। ਰੁੱਖ ਆਪਣੀ ਲੱਕੜ ਆਪਣੀ ਵਰਤਦਾ, ਦੂਜੇ ਵਰਤਦੇ ਆ। ਤੇ ਦਰਵੇਸ਼ ਵੀ ਰੱਬ ਦੇ ਦਰ ਤੇ ਪਹੁੰਚਿਆ ਹੋਇਆ ਜਿਹੜਾ ਹੈ, ਉਹਦਾ ਜੀਵਨ ਦੂਸਰਿਆਂ ਵਾਸਤੇ ਹੀ ਹੈ, ਉਹ ਪਰਉਪਕਾਰੀ ਹੁੰਦਾ ਹੈ। ਫਰੀਦਾ ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਰੁੱਖਾਂ ਵਰਗਾ ਜੇਰਾ ਦਰਵੇਸ਼ਾਂ ਦਾ, ਰੁੱਖ ਬਣ ਜਾਂਦੇ ਆ, ਪਰਉਪਕਾਰੀ ਬਣ ਜਾਂਦੇ। ਫਰੀਦਾ ਦਰਵੇਸ਼ੀ ਗਾਖੜੀ। ਫਿਰ ਆਖਿਆ ਦਰਵੇਸ਼ੀ ਕਰਨੀ, ਰੱਬ ਦੇ ਘਰ ਦੀ ਫਕੀਰੀ ਕਰਨੀ ਬੜੀ ਔਖੀ ਹੈ, ਗਾਖੜੀ ਹੈ। ਕਹਿੰਦੇ ਮੇਰੇ ਮਨ ਦੇ ਵਿੱਚ ਤਾਂ ਹਾਲੇ ਚੋਪੜੀਆਂ ਖਾਣ ਦੀ ਪ੍ਰੀਤ ਹੀ ਹੈ, ਤੇ ਮੈਂ ਦਰਵੇਸ਼ ਕਿਵੇਂ ਬਣ ਜਾਵਾਂਗਾ। ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ, ਇਕਨ ਕਿੰਨੇ ਚਾਲੀਐ ਦਰਵੇਸ਼ਾਂ ਵੀ ਰੀਤ। ਕਹਿੰਦੇ ਕੋਈ ਇੱਕ ਦਾ ਹੈ, ਕੋਈ ਵਿਰਲਾ ਹੈ ਜਿਨ੍ਹਾਂ ਨੇ ਦਰਵੇਸ਼ਾਂ ਦੀ ਰੀਤੀ ਅਨੁਸਾਰ ਚੱਲਣਾ ਕੀਤਾ, ਆਪਣਾ ਜੀਵਨ ਬਤੀਤ ਕੀਤਾ ਹੈ। ਦਰਵੇਸ਼ ਗੁਰੂ ਸਾਹਿਬ ਜੀ ਦੇ ਦਰ ਤੇ ਪਹੁੰਚੇ ਹੋਏ ਤੇ ਮਹਾਰਾਜ ਸਾਹਿਬ ਦਾ ਐਸਾ ਨਿਸ਼ਚਾ ਹੈ, ਕਿਸ ਹੀ ਕੋਈ ਕੋਏ ਮਨ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜੈ ਰੋਏ, ਜਾਂ ਲਗ ਚਿਤ ਨਾ ਆਵਤੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰ ਤੇ ਪ੍ਰਵੇਸ਼ ਕੀਤੇ ਹੋਏ, ਦਰ ਤੇ ਤੁੱਲੇ ਹੋਏ। ਦਰ ਦਰਵੇਸ਼ ਖਸਮਦ ਹੈ। ਐਸੇ ਦਰਵੇਸ਼ ਹਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਾਲਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰ ਤੇ ਪਹੁੰਚੇ ਹੋਏ। ਲਾਏ ਸੱਚੇ ਬਾਣੀ ਲਾਲੀ, ਤੇ ਉਹਨਾਂ ਨੇ ਸੱਚਾ ਨਾਮ ਜਪਿਆ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚਰਨ ਸ਼ਰਨ ਪ੍ਰਾਪਤ ਕਰਕੇ, ਬਾਣੀ ਲਾਲੀ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸੱਚਾ ਨਾਮ ਜਪਦਿਆਂ ਹੋਇਆਂ, ਸੱਚੀ ਬਾਣੀ ਦਾ ਅਭਿਆਸ ਕਰਦਿਆਂ ਹੋਇਆਂ, ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਿਹਰੇ ਤੇ ਨਾਮ ਬਾਣੀ ਦੀ ਲਾਲੀ ਚੜੀ ਹੋਈ ਹੈ। ਲਾਲੀ ਚਿਹਰਾ ਲਾਲ ਹੈ, ਭਗਤੀ ਦੇ ਰੰਗ ਦੇ ਨਾਲ। ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਅਥਵਾ ਦੂਸਰਾ ਭਾਵ ਇਹ ਹੈ, ਦਰ ਦਰਵੇਸ਼ ਖਸਮਦ ਹੈ। ਖਸਮ ਮਾਲਕ ਹਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਆਪ ਖਸਮ ਮਾਲਕ। ਇਹਨਾਂ ਦੇ ਦਰ ਤੇ ਜੋ ਗੁਰਸਿੱਖ ਆਏ ਹਨ, ਭਾਈ ਪਾਰੋ ਜੀ ਵਰਗੇ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵਰਗੇ, ਐਸੇ ਗੁਰਸਿੱਖ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਵਰਗੇ ਤਾਂ ਉਹ ਆਪ ਹੀ ਹਨ ਸਾਧ ਸੰਗਤ। ਪਰ ਭਾਈ ਪਾਰੋ ਜੀ ਵੀ ਹਨ। ਬਾਕੀ ਤਾਂ ਸਾਰਿਆਂ ਨੂੰ ਨਹੀਂ ਕਿਹਾ ਜਾ ਸਕਦਾ ਵੀ ਮਹਾਰਾਜ ਵਰਗੇ, ਪਰ ਭਾਈ ਪਾਰੋ ਜੀ ਨੂੰ ਫਿਰ ਤੀਸਰੇ ਸਰੂਪ 'ਚ ਕਹਿ ਦਿੱਤਾ ਸੀ ਵੀ ਭਾਈ ਪਾਰੋ ਤੇਰੇ ਵਿੱਚ ਤਾਂ ਸਾਡੇ ਵਿੱਚ ਫਰਕ ਹੀ ਕੋਈ ਨਹੀਂ ਰਹਿ ਗਿਆ। ਇਸ ਕਰਕੇ ਉਹਨਾਂ ਨੂੰ ਤੇ ਆਪਾਂ ਕਹਿ ਹੀ ਸਕਦੇ ਨਾ, ਗੁਰੂ ਅਮਰਦਾਸ ਸਾਹਿਬ ਜੀ ਵਰਗੇ ਆ। ਕਹਿ ਦਿੱਤਾ ਸੀ ਵੀ ਭਾਈ ਪਾਰੋ
ਸਾਡਾ ਜੀ ਕਰਦਾ ਤੈਨੂੰ ਗੁਰਿਆਈ ਦੇ ਦਈਏ। ਆ ਡੱਲੇ ਤੇ ਰਹਿਣ ਵਾਲੇ ਸਨ ਭਾਈ ਪਾਰੋ ਜੀ, ਪਰ ਬੇਨਤੀ ਕੀਤੀ ਮਹਾਰਾਜ ਨਹੀਂ, ਇਹ ਗੁਰਤਾ ਗੱਦੀ ਆਪ ਜੀ ਨਹੀਂ ਸੋਭਨੀਕ ਹੈ। ਸਤਿਗੁਰੂ ਮੋਕੋ ਸਿੱਖੀ ਹੀ ਭਾਵੈ, ਗੁਰਿਆਈ ਸਤਿਗੁਰੈ ਸੁਹਾਵੈ। ਭਾਈ ਪਾਰੋ ਜੀ ਨੇ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਸਿੱਖੀ ਪ੍ਰਾਪਤ ਕੀਤੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਗੁਰੂ ਅੰਗਦ ਸਾਹਿਬ ਜੀ ਤੋਂ ਸਿੱਖੀ ਪ੍ਰਾਪਤ ਕੀਤੀ। ਐਸੇ ਜਿਹੜੇ ਦਰਵੇਸ਼ ਹਨ ਉਹ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰ ਤੇ ਪਹੁੰਚੇ ਹੋਏ, ਟਿਕੇ ਹੋਏ, ਜਿਨ੍ਹਾਂ ਦਾ ਨਿਸ਼ਚਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਉੱਤੇ, ਭਾਈ ਜੀਵਾ ਜੀ ਵਰਗੇ, ਭਾਈ ਧੀਆਂ ਜੀ ਵਰਗੇ ਐਸੇ ਗੁਰਸਿੱਖ ਨਾਏ ਸੱਚੈ ਬਾਣੀ ਲਾਲੀ। ਉਹਨਾਂ ਨੇ ਸੱਚਾ ਨਾਮ ਜਪਿਆ ਤੇ ਸੱਚੀ ਬਾਣੀ ਦਾ ਅਭਿਆਸ ਕੀਤਾ। ਉਹਨਾਂ ਗੁਰਸਿੱਖਾਂ ਦਰਵੇਸ਼ਾਂ ਦੇ ਚਿਹਰਿਆਂ ਤੇ ਭਾਵ ਭਗਤੀ ਦੀ ਲਾਲੀ ਚੜੀ ਹੋਈ ਹੈ। ਬਲਵੰਡ ਖੀਵੀ ਨੇਕ ਜਨ। ਭਾਈ ਬਲਵੰਡ ਜੀ ਕਹਿੰਦੇ, ਰਾਏ ਬਲਵੰਡ ਜੀ, ਖੀਵੀ ਨੇਕ ਜਨ, ਇਹ ਗੁਰੂ ਸਾਹਿਬ ਜੀ ਦੇ ਮਹਿਲਾਂ ਦਾ ਕਥਨ ਕਰਦੇ ਆ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਮਹਿਲ ਧਰਮ ਪਤਨੀ ਸਾਡੇ ਪੂਜਨੀਕ ਸਤਿਕਾਰਯੋਗ ਮਾਤਾ ਜੀ, ਮਾਤਾ ਖੀਵੀ ਜੀ। ਬਲਵੰਡ ਖੀਵੀ ਨੇਕ ਜਨ, ਕਹਿੰਦੇ ਕਿ ਮਾਤਾ ਖੀਵੀ ਜੀ ਉਹ ਨੇਕ ਜਨ ਹਨ, ਉਹ ਸ੍ਰੇਸ਼ਟ ਜਨ ਹਨ, ਉਹ ਸ੍ਰੇਸ਼ਟ ਸੇਵਕ ਹਨ ਮਹਾਰਾਜ ਸਾਹਿਬ ਜੀ ਦੇ ਘਰ ਦੇ। ਜਿੱਥੇ ਉਹ ਪਤਨੀ ਆ ਉੱਥੇ ਮਹਾਨ ਉਹ ਸੇਵਕ ਹਨ। ਜਿਸ ਬਹੁਤੀ ਛਾਂ ਪਤਰਾਲੀ। ਜਿਸ ਮਾਤਾ ਦੇ ਬਹੁਤੀ ਛਾਂ ਹੈ, ਪਤਰਾਲੀ, ਪੱਤਰਿਆਂ ਵਾਲੀ, ਬਹੁਤੇ ਪੱਤੇ ਹੋਣ ਨਾ ਦਰਖਤ ਨੂੰ ਲੱਗੇ ਹੋਏ, ਸੰਘਣੇ ਪੱਤੇ ਹੋਣ, ਤੇ ਉਸੇ ਦਰਖਤ ਦੀ ਸੰਘਣੀ ਛਾਂ ਹੁੰਦੀ ਜਿਹਦੇ ਸੰਘਣੇ ਪੱਤੇ ਹੋਣ। ਸ਼ੁਭ ਗੁਣਾ ਰੂਪੀ ਸੰਘਣੇ ਪੱਤੇ ਆ ਮਾਤਾ ਖੀਵੀ ਜੀ ਦੇ, ਤਾਂ ਹੀ ਪ੍ਰਾਪਤ ਉਹਨਾਂ ਦੇ ਵਿੱਚ ਸਾਰੇ ਹੀ ਸ਼ੁਭ ਗੁਣ ਹਨ। ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ, ਬਿਨਾ, ਧਰਮ, ਲਿੰਗ, 10 ਜਾਣ। ਤੇ ਉਹ ਸ਼ੁਭ ਗੁਣਾਂ ਨੂੰ ਧਾਰਨ ਕਰਨ ਵਾਲੇ ਮਾਤਾ ਜੀ, ਜਿਹੜਾ ਵੀ ਕੋਈ ਉਹਨਾਂ ਦੀ ਸੰਗਤ ਕਰਦਾ ਹੈ, ਉਹਨਾਂ ਕੋਲੇ ਨਿਮਰਤਾ ਰੂਪੀ ਪੱਤਰੇ ਹਨ, ਉਹਨਾਂ ਕੋਲੇ ਸ਼ੁਭ ਗੁਣਾ ਰੂਪੀ ਪੱਤਰੇ ਆ, ਤੇ ਠੰਡ ਪੈ ਜਾਂਦੀ ਨੇੜੇ ਬੈਠਣ ਵਾਲੇ ਨੂੰ, ਮਾਤਾ ਦੀ ਸੰਗਤ ਕਰਨ ਵਾਲੇ ਨੂੰ। ਮਾਤਾ ਖੀਵੀ ਜੀ ਐਸੇ ਹਨ ਜਿਨ੍ਹਾਂ ਦੇ ਕੋਲੇ ਨਾਮ ਦੀ ਠੰਡ ਹੈ। ਲੰਗਰ ਦੌਲਤ ਵੱਡੀ ਹੈ। ਤੇ ਜਿੱਥੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਲੰਗਰ ਚਲਾ ਰਹੇ ਸ਼ਬਦ ਦਾ, ਉੱਥੇ ਦੇਗ ਲੰਗਰ ਪ੍ਰਸ਼ਾਦੇ ਦਾ ਵੀ ਲੰਗਰ ਚੱਲ ਰਿਹਾ ਹੈ। ਤੇ ਮਾਤਾ ਖੀਵੀ ਜੀ ਆਪ ਲੰਗਰ ਦੇ ਵਿੱਚ ਸਾਧ ਸੰਗਤ ਜੀ ਲੰਗਰ ਵਰਤਾ ਰਹੇ ਹਨ, ਤੇ ਦੌਲਤ ਵੀ ਵੰਡੀ ਜਾਂਦੀ ਹੈ। ਭਾਵ ਭਗਤੀ ਦਾ ਲੰਗਰ ਰੂਪੀ ਦੌਲਤ ਵੀ ਵੰਡੀ ਜਾ ਰਹੀ ਹੈ। ਪ੍ਰਤੱਖ ਲੰਗਰ ਰੂਪੀ ਦੌਲਤ ਵੀ ਮਹਾਰਾਜ ਸਾਹਿਬ ਜੀ ਤੇ ਮਾਤਾ ਖੀਵੀ ਜੀ ਆਪ ਲੰਗਰ ਵਰਤਾਉਂਦੇ ਹਨ। ਤੇ ਫਿਰ ਇਸੇ ਤਰ੍ਹਾਂ ਮਾਇਆ ਜਿਹੜੀ ਉਹ ਵੱਧ ਜਾਂਦੀ ਹੈ ਰਸਤ ਬਸਤ ਲਿਆਉਣ ਤੋਂ, ਤਾਂ ਉਹ ਮਾਇਆ ਵੀ ਲੋੜਵੰਦਾਂ ਨੂੰ ਦੌਲਤ ਵੰਡ ਦਿੱਤੀ ਜਾਂਦੀ ਹੈ। ਰਸ ਅੰਮ੍ਰਿਤ ਖੀਰ ਘਿਆਲੀ। ਇਹ ਸਾਧ ਸੰਗਤ ਜੀ ਘਿਓ ਵਾਲੀ ਖੀਰ, ਅੰਮ੍ਰਿਤ ਰਸ ਵਾਲੀ ਖੀਰ ਮਾਤਾ ਖੀਵੀ ਜੀ ਲੰਗਰ ਵਿੱਚ ਵਰਤਾਉਂਦੇ। ਇੱਕ ਵਾਰੀ ਖਡੂਰ ਸਾਹਿਬ ਦੇ ਵਿੱਚ ਪਸ਼ੂਆਂ ਨੂੰ ਬਿਮਾਰੀ ਪੈ ਗਈ ਸੀ, ਤੇ ਖਹਿਰੇ ਜੱਟ ਇਕੱਠੇ ਹੋ ਕੇ ਆਏ ਤੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ, ਜਿਵੇਂ ਹੁਣ ਆ ਗਾਵਾਂ ਨੂੰ ਬੜੀ ਬਿਮਾਰੀ ਪਈ, ਇਸੇ ਤਰ੍ਹਾਂ ਹੀ ਉਸ ਵੇਲੇ ਪਸ਼ੂਆਂ ਨੂੰ ਰੋਗ ਲੱਗ ਗਿਆ ਕੋਈ ਐਸਾ। ਮਹਾਰਾਜ ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਤੁਹਾਡੇ ਭਾਈ ਪਸ਼ੂ ਤੰਦਰੁਸਤ ਹੋ ਜਾਣਗੇ। ਮਹਾਰਾਜ ਦੀ ਐਸੀ ਕਲਾ ਵਰਤੀ ਕਿ ਪਸ਼ੂਆਂ ਦੀ ਬਿਮਾਰੀ ਠੀਕ ਹੋ ਗਈ, ਤੇ ਉਹ ਫਿਰ ਦੁੱਧ ਲਿਆ ਕੇ ਗੁਰੂ ਕੇ ਲੰਗਰ 'ਚ ਪਾਉਣ ਲੱਗੇ। ਦੁੱਧ ਦੇ ਬੇਅੰਤ ਖੁੱਲੇ ਗੱਫੇ ਆਉਣ ਲੱਗੇ, ਤੇ ਫਿਰ ਖੀਰਾਂ ਬਣਾ ਕੇ ਸੰਗਤਾਂ ਨੂੰ ਮਹਾਰਾਜ ਸਾਹਿਬ ਕਹਿੰਦੇ ਵੀ ਸੰਗਤ ਹੀ ਲੈ ਕੇ ਆਉਂਦੀ, ਖੀਰਾਂ ਬਣਾ ਕੇ ਸੰਗਤ ਨੂੰ ਛਕਾ ਦਿਓ। ਦਹੀਂ ਜਮਾਇਆ ਜਾਣ ਲੱਗਾ, ਮਾਤਾ ਜੀ ਰਿੜਕਣ ਲੱਗੇ, ਰਿੜਕ ਕੇ ਘਿਓ ਕੱਢਿਆ ਗਿਆ, ਤੇ ਫਿਰ ਘਿਓ ਦੀਆਂ ਕੜਛੀਆਂ ਭਰ ਕੇ ਮਾਤਾ ਖੀਵੀ ਜੀ ਖੀਰ ਵਿੱਚ ਪਾ ਕੇ ਸੰਗਤਾਂ ਨੂੰ ਛਕਾਉਂਦੇ, ਘਿਓ ਦੀਆਂ ਕੜਛੀਆਂ ਭਰ ਕੇ। ਉਹਦਾ ਜ਼ਿਕਰ ਕੀਤਾ ਵੀ ਰਸ ਅੰਮ੍ਰਿਤ ਖੀਰ ਘੇ ਆਲੀ, ਘਿਓ ਵਾਲੀ ਖੀਰ, ਅੰਮ੍ਰਿਤ ਰਸ ਵਾਲੀ ਜਿਹੜੀ ਖੀਰ ਉਹ ਵਰਤਾਈ ਜਾਂਦੀ। ਅੱਜ ਵੀ ਰੋਜ਼ ਖਡੂਰ ਸਾਹਿਬ ਮਾਤਾ ਖੀਵੀ ਜੀ ਦੇ ਲੰਗਰ ਦੇ ਵਿੱਚ ਇੱਕ ਸਮੇਂ ਰੋਜ਼ ਖੀਰ ਬਣਦੀ ਹੈ। ਵੱਖ-ਵੱਖ ਪਿੰਡਾਂ ਦੀ ਸੇਵਾ ਦੁੱਧ ਦੀ ਲੱਗੀ ਹੋਈ ਹੈ। ਇੱਕ ਵਾਰੀ ਖੀਰ ਰੋਜ਼ ਜ਼ਰੂਰ ਬਣਦੀ ਮਾਤਾ ਜੀ ਦੇ ਲੰਗਰ ਦੇ ਵਿੱਚ। ਇਸੇ ਤਰ੍ਹਾਂ ਹੀ ਰਸ ਹੈ ਸਾਧ ਸੰਗਤ ਜੀ, ਪ੍ਰੇਮ ਰੂਪੀ ਰਸ, ਅੰਮ੍ਰਿਤ ਨਾਮ ਰੂਪੀ ਅੰਮ੍ਰਿਤ, ਖੀਰ ਭਗਤੀ ਰੂਪੀ ਖੀਰ, ਤੇ ਘਿਆਲੀ ਘੇ ਜਿਹੜਾ ਹੈ ਘਿਓ, ਉਹ ਸਾਧ ਸੰਗਤ ਜੀ ਗਿਆਨ ਰੂਪੀ ਘਿਓ। ਐਸੀ ਖੀਰ ਵੀ ਮਾਤਾ ਖੀਵੀ ਜੀ ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਖਡੂਰ ਸਾਹਿਬ ਵੰਡਦੇ ਹਨ ਗੁਰਸਿੱਖਾਂ ਨੂੰ। ਜਿਨ੍ਹਾਂ ਨੇ ਗੁਰੂ ਕੀ ਸਿੱਖੀ ਕਮਾਈ ਨਾ, ਉਹਨਾਂ ਗੁਰਸਿੱਖਾਂ ਦੇ ਮੁਖ ਤਾਂ ਉਜਲੇ ਹੋ ਗਏ ਨਾਮ ਜਪਣ ਵਾਲਿਆਂ ਦੇ। ਜਿਹੜੇ ਮਨਮੁਖ ਵਾ, ਮਨਮਰਜੀ ਕਰਨ ਵਾਲੇ, ਉਹਨਾਂ ਦੇ ਮੁਖ ਪਰਾਲੀ ਦੀ ਤਰ੍ਹਾਂ ਪੀਲੇ ਹੋ ਗਏ। ਤੇ ਪਰਾਲੀ ਜਿਹੜੀ ਉਹ ਖਾਲੀ ਹੁੰਦੀ ਜਦੋਂ ਝੋਨਾ ਝਾੜ ਲਿਆ ਜਾਵੇ ਨਾਲੋਂ,
ਤੇ ਪਰਾਲੀ ਖਾਲੀ ਰਹਿ ਜਾਂਦੀ। ਉਹਨਾਂ ਦੇ ਮੁਖ ਜਿਹੜੇ ਨਾਮ ਤੋਂ ਖਾਲੀ ਹੋ ਗਏ, ਥੋਥੇ ਹੋ ਗਏ ਮਨਮੁਖਾਂ ਦੇ ਪਏ। ਕਬੂਲ ਖਸਮ ਨਾਲ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਾਲਕ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰ ਤੇ ਕਬੂਲ ਪੈ ਗਏ ਹਨ, ਪ੍ਰਵਾਨ ਹੋ ਗਏ। ਜਾਂ ਘਾਲ ਮਰਦੀ ਘਾਲੀ ਜਾਂ ਜਦੋਂ ਘਾਲ ਮਰਦੀ ਘਾਲੀ, ਮਰਦਾਂ ਵਾਲੀ ਘਾਲ ਘਾਲੀ ਨਾ ਆਪ ਜੀ ਨੇ, ਸੋ ਐਸੀ ਮਹਾਨ ਘਾਲ ਕਮਾਈ ਕੀਤੀ ਤੇ ਗੁਰੂ ਕੇ ਦਰ ਤੇ ਕਬੂਲ ਪੈ ਗਏ। ਮਾਤਾ ਖੀਵੀ ਸਹੁ ਸੋਈ ਧੰਨ ਮਾਤਾ ਖੀਵੀ ਜੀ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ, ਕਹਿੰਦੇ ਵੀ ਮਾਤਾ ਖੀਵੀ ਜੀ ਦੇ ਸਹੁ ਜੋ ਪਤੀ ਆ ਨਾ, ਸੋਏ ਸੋਭਾ ਵਾਲੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਜਿਨ ਗੋਏ ਉਠਾਲੀ ਗੋਏ ਨਾਮ ਹੈ ਬਾਜੀ ਦਾ, ਜਿਨ੍ਹਾਂ ਨੇ ਇਹ ਸੰਸਾਰ ਦੀ ਜਿਹੜੀ ਬਾਜੀ ਹੈ ਨਾ, ਇਹ ਬਾਜੀ ਰੂਪੀ ਜੋ ਸੰਸਾਰ ਹੈ, ਇਸ ਨੂੰ ਉਠਾਲੀ, ਇਸ ਪੰਡ ਨੂੰ ਉਹਨਾਂ ਨੇ ਉਠਾਲਿਆ, ਉਹਨਾਂ ਨੇ ਚੁੱਕਿਆ ਹੋਇਆ ਹੈ। ਭਾਵ ਸੰਸਾਰ ਤੋਂ ਜੀਵਾਂ ਦੀ ਕਲਿਆਣ ਕਰ ਰੂਪੀ ਜਿਹੜੀ ਇਹ ਪੰਡ ਹੈ, ਇਹ ਬਾਜੀ ਹੈ, ਇਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੇ ਮੋਢਿਆਂ ਤੇ ਚੁੱਕੀ ਹੈ। ਇਹ ਸੰਸਾਰ ਦਾ ਭਲਾ ਕਰ ਰਹੇ ਹਨ, ਸੰਸਾਰ ਦੀ ਕਲਿਆਣ ਕਰ ਰਹੇ ਹਨ। ਐਸੇ ਮਾਤਾ ਖੀਵੀ ਜੀ ਦੇ ਪਤੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਇਹ ਸੰਸਾਰ ਦੀ ਬਾਜੀ ਆਪ ਸਾਧ ਸੰਗਤ ਜੀ, ਇਹ ਬਾਜੀ ਰੂਪੀ ਜੋ ਸੰਸਾਰ ਹੈ, ਆਪ ਉਹਨਾਂ ਨੇ ਉਠਾ ਲਈ ਹੈ ਇਸ ਬਾਜੀ ਨੂੰ। ਇਸ ਸੰਸਾਰ ਦੀ ਕਲਿਆਣ ਕਰ ਰਹੇ, ਦਰਸ਼ਨ ਦੇ ਕੇ, ਉਪਦੇਸ਼ ਦੇ ਕੇ, ਤਖਤ ਤੇ ਬੈਠ ਕੇ, ਤਖਤ ਬੈਠੇ ਅੰਗਦ ਗੁਰੂ ਕੀਨ ਖਡੂਰ ਨਿਵਾਸ, ਨਰ ਨੇ ਉਦਾਹਰਨ ਕਾਰਨੇ ਕਰਤ ਸੋ ਭਗਤ ਪ੍ਰਕਾਸ਼। ਸੋ ਗਰੀਬ ਨਵਾਜ ਸਾਹਿਬ ਜੀ ਨੇ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਰਾਏ ਬਲਵੰਡ ਜੀ ਦੀ ਰਸਨਾ ਦੁਆਰਾ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸ ਅੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ, ਮਾਤਾ ਖੀਵੀ ਸਹੁ ਸੋਏ ਜਿਨ ਗੋਏ ਉਠਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।